ਸੁਖਬੀਰ ਸਿੰਘ ਬਾਦਲ ਸਮਹਾਉ ਇਸ ਗੱਲ ਨੂੰ ਉਹ ਸਮਝ ਨਹੀਂ ਰਹੇ ਕਿ ਅਕਾਲੀ ਦਲ ਬਾਦਲ ਨੂੰ ਬਹੁਤ ਬੁਰੀ ਤਰ੍ਹਾਂ ਲੋਕਾਂ ਨੇ ਨਕਾਰ ਕੇ ਪਿੱਛੇ ਸੁੱਟਿਆ ਇਹਨਾਂ ਚੋਣ ਨਤੀਜਿਆਂ ਵਿੱਚ। ਨਸ਼ਿਆਂ ਦੀ ਗੱਲ ਕਰਦੇ ਨੇ ਤੇ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਅਕਾਲੀ ਦਲ ਨੇ 10 ਸਾਲ ਲਗਾਤਾਰ ਸੱਤਾ ਭੋਗੀ ਹੈ ਪੰਜਾਬ ਦੇ ਵਿੱਚ, ਸਭ ਤੋਂ ਵੱਧ ਉਭਾਰ ਨਸ਼ਿਆਂ ਦਾ ਉਹਨਾਂ ਸਮਿਆਂ ਦੇ ਵਿੱਚ ਹੋਇਆ। ਤੇ ਇਸ ਵੇਲੇ ਮਾਝੇ ਦੇ ਜਰਨੈਲ ਅਖਵਾਉਣ ਵਾਲੇ ਅਕਾਲੀ ਦਲ ਦੇ ਇੱਕ ਵੱਡੇ ਆਗੂ ਇਸੇ ਕਿਸਮ ਦੇ ਕੇਸ ਦੇ ਵਿੱਚ ਇਸ ਵੇਲੇ ਜੇਲ੍ਹ ਦੇ ਵਿੱਚ ਬੈਠੇ ਹੋਏ ਨੇ। ਰਾਵਲ ਕਲਾਂ ਗੋਲੀकांड ਤੇ ਕੋਟਕਪੂਰਾ ਗੋਲੀकांड, ਜਿਸ ਨੂੰ ਮਸਲੇ ਨੂੰ ਸਹਿਜੇ ਹੀ ਹੱਲ ਕੀਤਾ ਜਾ ਸਕਦਾ ਸੀ ਤੇ ਇੰਨੀ ਲੰਬੀ ਦੇਰ ਚੱਲ ਰਹੇ ਮੋਰਚੇ ਨੂੰ ਪਹਿਲਾਂ ਤੋਂ ਰੋਕਿਆ ਜਾ ਸਕਦਾ ਸੀ ਜੇ ਕਾਰਵਾਈ ਸਹੀ ਕੀਤੀ ਹੁੰਦੀ। ਤੇ ਉਹ ਪਾਰਟੀ ਅੱਜ ਕਹਿ ਰਹੀ ਹੈ ਕਿ ਪਟਿਆਲੇ ਵਿੱਚ ਸਹੀ ਸਮੇਂ ਸਿਰ ਕਾਰਵਾਈ ਹੋਈ ਹੁੰਦੀ ਤੇ ਹਾਲਾਤ ਹੋਰ ਹੋਣੇ ਸੀ। ਐਂਬੂਲੈਂਸ ਜਿਹੜੀ ਸੀ ਸਰਕਾਰੀ, ਉਹ ਸਰਕਾਰ ਦੇ ਪੈਸੇ ਨਾਲ, ਉਸ ਦੇ ਉੱਪਰ ਵੀ ਮੁੱਖ ਮੰਤਰੀ ਦੀ ਫੋਟੋ। ਖੈਰ, ਸਾਡੇ ਦੇਸ਼ ਵਿੱਚ ਰਿਵਾਜ ਹੀ ਇਸ਼ਤਿਹਾਰਬਾਜ਼ੀ ਦਾ ਹੈ। ਜੇ ਤਾਂ ਤੁਸੀਂ ਆਪ ਉਹ ਕੰਮ ਨਾ ਕੀਤੇ ਹੋਣ ਤੇ ਫਿਰ ਤੁਸੀਂ ਸਰਕਾਰ ਨੂੰ ਆਖੋ। ਇਹਨਾਂ ਨੇ ਕਿਸੇ ਮੁੱਦੇ ਨੂੰ ਇਸ ਨੂੰ ਗੰਭੀਰਤਾ ਨਾਲ ਬਿਲਕੁਲ ਨਹੀਂ ਲਿਆ। ਅਜੇ ਵੀ ਬਹੁਤ ਸਾਰੇ ਕੇਸ ਇਹੋ ਜਿਹੇ ਪਏ ਹੋਏ ਨੇ ਜਿਹੜੇ ਬੰਦੀ ਸਿੰਘਾਂ ਦਾ ਅੱਜ ਚੇਤਾ ਆ ਰਿਹਾ ਤੇ ਉਹਨਾਂ ਦਾ ਆਪਣੀ ਸਰਕਾਰ ਜਦੋਂ ਕੇਂਦਰ ਵਿੱਚ ਵੀ ਆਪਣੀ ਸੀ ਤਾਂ ਇੱਥੇ ਵੀ ਆਪਣੀ ਸੀ, ਉਦੋਂ ਚੇਤਾ ਕਿਉਂ ਨਾ ਆਇਆ। ਨਗਦੀ ਵੀ ਬਰਾਮਦ ਹੁੰਦੀ ਹੈ ਤੇ ਬੈਂਕ ਖਾਤੇ ਦੇ ਵਿੱਚ ਲੱਖਾਂ ਰੁਪਏ ਹੋਣ ਦੇ ਬਾਵਜੂਦ ਵੀ ਪਟਵਾਰੀ ਸਾਹਿਬ ਤੇ ਇੱਕ ਸਭ ਤੋਂ ਵੱਡਾ ਇੰਟਰਸਟਿੰਗ ਇਲਜ਼ਾਮ ਜਿਹੜਾ ਸਰਕਾਰ ਨੇ, ਵਿਜੀਲੈਂਸ ਡਿਪਾਰਟਮੈਂਟ ਨੇ ਲਾਇਆ, ਉਹ ਇਹ ਹੈ ਕਿ ਪਟਵਾਰੀ ਸਾਹਿਬ ਨੰਬਰਦਾਰ ਵੀ ਨੇ। 21 ਐਪਸ ਜਿਹੜੀਆਂ ਨੇ ਵੱਖਰੀਆਂ ਆਇਡੈਂਟੀਫਾਈ ਹੋਈਆਂ ਸ਼ਿਕਾਇਤ ਦੇ ਆਧਾਰ ਤੇ ਉਹਨਾਂ ਤੇ ਇਲਜ਼ਾਮ ਇਹ ਹੈ ਕਿ ਇੱਥੇ ਗੁਰਬਾਣੀ ਦੀਆਂ ਲਗਾਮਾਤਰਾਂ, ਗੁਰਬਾਣੀ ਦੇ ਲਫ਼ਜ਼ ਜਿਹੜੇ ਲਿਖੇ ਗਏ ਨੇ, ਉਹ ਸ਼ਬਦ ਜਿਹੜੇ ਨੇ ਉਹਨਾਂ ਦੇ ਵਿੱਚ ਸ਼ਬਦ ਜੋੜ ਦੀ ਵੀ ਗਲਤੀ ਹੈ, ਲਗਾਮਾਤਰਾਂ ਦੀ ਵੀ, ਤੇ ਹੋਰ ਬਹੁਤ ਸਾਰੇ ਹਿੰਸਿਆਂ ਦੀ ਵੀ ਗਲਤੀ ਹੈ। ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਕਿਵੇਂ ਹੁੰਦੀ ਹੈ? ਇਹ ਕਿਹਾ ਜਾਂਦਾ ਹੈ ਕਿ ਜਦੋਂ ਤੋਂ ਨਿਯਮ ਬਣੇ ਨੇ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੇ ਬਾਰੇ ਤੇ ਗੁਟਕਾ ਸਾਹਿਬ ਦੀ ਛਪਾਈ ਦੇ ਬਾਰੇ, ਉਸ ਤੋਂ ਬਾਅਦ ਅਪ ਟੂ ਡੇਟ ਰਹਿੰਦੇ ਹੋਏ ਡਿਜੀਟਲ ਯੁੱਗ ਦੇ ਵਿੱਚ ਪ੍ਰਵੇਸ਼ ਕਰਨ ਹਿੱਤ ਕੋਈ ਵੀ ਡਿਜੀਟਲ ਮੀਡੀਆ ਵਾਸਤੇ ਨਿਯਮ ਨਹੀਂ ਬਣਾਏਗਾ। ਹੁਣ ਸੰਗਤ ਤੱਕ ਜੇ ਇਹਨਾਂ ਐਪਸ ਦੇ ਨਾਲ ਗਲਤ ਜਾਣਕਾਰੀ, ਸ਼ਬਦ ਜੋੜ ਅੱਖਰਾਂ ਦੀ ਗਲਤੀ, ਵਿਆਕਰਣ ਗਲਤੀਆਂ ਉਹ ਆ ਰਹੀਆਂ ਨੇ ਤੇ ਫਿਰ ਕਸੂਰ ਕਿਹਦਾ ਹੈ? ਇਹ ਤਾਂ ਉਸੇ ਅਥਾਰਟੀ ਦਾ ਹੋਇਆ ਜਿਨ੍ਹਾਂ ਨੇ ਅੱਜ ਤੱਕ ਪ੍ਰੋਪਰ ਚੀਜ਼ ਕੋਈ ਦਿੱਤੀ ਨਾ। ਮਾਸੂਮ ਬੱਚੇ ਥੱਕੇ ਹਾਰੇ ਸਕੂਲੋਂ ਆਪਣੇ ਬੈਗ ਲੈ ਕੇ ਬੱਸ ਵਿੱਚ ਬੈਠੇ ਹੋਏ ਹੱਸਦੇ ਖੇਡਦੇ ਆ ਰਹੇ ਨੇ ਤੇ ਡਰਾਈਵਰ ਵਿਚਾਰਾ ਧੂਏ ਵਿੱਚ ਬੌਂਦਲ ਜਾਂਦਾ ਹੈ, ਗੱਡੀ ਖੇਤਾਂ ਵਿੱਚ ਵੜ ਜਾਂਦੀ ਹੈ, ਪਲਟ ਜਾਂਦੀ ਹੈ, ਪਹਿਲਾਂ ਆਪ ਨਿਕਲਦਾ, ਬੱਚਿਆਂ ਨੂੰ ਕੱਢਦਾ, ਲੋਕ ਕੱਢਦੇ ਨੇ, ਬੱਚਿਆਂ ਦੀ ਕਿਸੇ ਦੀ ਲੱਤ ਸੜ ਜਾਂਦੀ ਹੈ, ਕਿਸੇ ਦੇ ਮੂੰਹ ਤੇ ਅਸਰ ਹੁੰਦਾ ਹੈ। ਬੜੀਆਂ ਹੀ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਨੇ। ਪਰ ਸਮਹਾਉ ਕੁਛ ਲੋਕ ਜਾਂ ਸਾਡੀਆਂ ਸੰਸਥਾਵਾਂ ਜਾਂ ਸਾਡੇ ਸਰਕਾਰਾਂ ਜਾਂ ਉਹ ਜ਼ਿੰਮੇਵਾਰ ਲੋਕ ਜੋ ਇਸ ਘਟਨਾ ਲਈ ਜ਼ਿੰਮੇਵਾਰ ਨੇ, ਉਸ ਦੀ ਸੀਰੀਅਸਨੈਸ, ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਨਾੜ ਨੂੰ ਅੱਗ ਲਾਉਣ ਬਾਰੇ ਸਰਕਾਰ ਆਪਣੇ ਆਪ ਨੂੰ ਬਰੀ ਨਹੀਂ ਕਰ ਸਕਦੀ। ਕਿਸਾਨ ਜਥੇਬੰਦੀਆਂ ਨੂੰ ਤੇ ਕੁਝ ਇੱਕ ਖਾਸ ਲੋਕਾਂ ਨੂੰ ਖੁਸ਼ ਕਰਨ ਹਿੱਤ ਤੇ ਵੋਟ ਦੀ ਰਾਜਨੀਤੀ ਨੂੰ ਪੱਠੇ ਪਾਉਣ ਖਾਤਰ ਇਸ ਨੂੰ ਸਖਤੀ ਨਾਲ ਲਾਗੂ ਨਹੀਂ ਕੀਤਾ। ਸਾਡੇ ਦੇਸ਼ ਦੇ ਉੱਪਰ ਸਫਾਈ ਦੇ ਨਾਂ ਦੇ ਉੱਪਰ, ਸਵੱਛ ਭਾਰਤ ਦੇ ਨਾਂ ਦੇ ਉੱਪਰ ਪੱਤਿਆਂ ਨੂੰ ਹੁੰਝਾ ਫੇਰ ਕੇ ਇੱਧਰ ਉੱਧਰ ਕਰਕੇ ਜਿਹੜਾ ਸਵੱਛ ਭਾਰਤ ਹੋਣ ਦਾ ਸੁਨੇਹਾ ਦਿੱਤਾ ਜਾਂਦਾ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਜੀ ਆਇਆਂ। ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਸੁਖਬੀਰ ਸਿੰਘ ਬਾਦਲ ਬੰਦੇ ਇਕੱਠੇ ਕਰਕੇ ਰਾਜਪਾਲ ਕੋਲ ਚਲੇ ਗਏ ਨੇ, ਉੱਥੇ ਜਾ ਕੇ ਸ਼ਿਕਾਇਤਾਂ ਲਾ ਰਹੇ ਨੇ। ਕੀ ਕਹਿੰਦੇ ਨੇ ਦੱਸਦੇ ਹਾਂ ਅੱਜ ਦੇ ਪ੍ਰੋਗਰਾਮ 'ਚ ਤੁਹਾਨੂੰ। ਇਸ ਤੋਂ ਇਲਾਵਾ ਨਾੜ ਨੂੰ ਅੱਗ ਲਾਉਣ ਦੇ ਨਾਲ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਦੇ ਪਿੱਛੇ ਜ਼ਿੰਮੇਵਾਰ ਕੌਣ ਹੈ, ਉਸ ਬਾਬਤ ਵੀ ਅਸੀਂ ਗੱਲਬਾਤ ਕਰਾਂਗੇ ਤੇ ਹੋਰ ਵੀ ਮੁੱਦੇ ਨੇ ਜਿਹੜੇ ਅਸੀਂ ਅੱਜ ਦੇ ਪ੍ਰੋਗਰਾਮ 'ਚ ਵਿਚਾਰਨੇ ਨੇ। ਤੇ ਐਜ਼ ਐਨ ਐਕਸਪਰਟ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ ਤੁਹਾਡਾ। ਸਤਿ ਸ਼੍ਰੀ ਅਕਾਲ। ਸ਼ੁਰੂਆਤ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਤੋਂ। 3-4-5 ਬੰਦੇ ਇਕੱਠੇ ਕਰਕੇ ਉਹ ਚਲੇ ਗਏ ਨੇ ਰਾਜਪਾਲ ਕੋਲ, ਮੰਗ ਪੱਤਰ ਦਿੱਤਾ ਆ। ਦਰਸ਼ਕਾਂ ਨੂੰ ਦੱਸੀਏ ਵੀ ਕਹਿੰਦੇ ਕੀ ਨੇ ਤੇ ਮੰਗਾਂ ਕਿੰਨੀਆਂ ਕੁ ਜਾਇਜ਼ ਨੇ। ਗੱਲ ਇਹ ਹੈ ਜੀ ਕਿ ਸੰਵਿਧਾਨ ਨੇ ਹਰ ਇੱਕ ਨੂੰ ਆਵਾਜ਼ ਉਠਾਉਣ ਦਾ ਹੱਕ ਦਿੱਤਾ ਹੈ, ਪਰ ਆਵਾਜ਼ ਉਠਾਉਣ ਦਾ ਸਮਾਂ ਤੇ ਆਵਾਜ਼ ਉਠਾਉਣ ਦੀ ਨੌਬਤ ਕਦੋਂ ਆਉਂਦੀ ਹੈ ਉਹ ਵੀ ਦੇਖਣਾ ਬਣਦਾ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਸਮਹਾਉ ਇਸ ਗੱਲ ਨੂੰ ਉਹ ਸਮਝ ਨਹੀਂ ਰਹੇ ਕਿ ਅਕਾਲੀ ਦਲ ਬਾਦਲ ਨੂੰ ਬਹੁਤ ਬੁਰੀ ਤਰ੍ਹਾਂ ਲੋਕਾਂ ਨੇ ਨਕਾਰ ਕੇ ਪਿੱਛੇ ਸੁੱਟਿਆ ਇਹਨਾਂ ਚੋਣ ਨਤੀਜਿਆਂ ਵਿੱਚ। ਜੀ
ਇਸ ਗੱਲ ਨੂੰ ਅਜੇ ਤੱਕ ਉਹ ਜਿਹੜੀ ਰਿਐਲਿਟੀ ਫੇਸ ਕਰਨੀ ਹੁੰਦੀ ਆ ਉਹਨੂੰ ਕੰਧ 'ਤੇ ਲਿਖਿਆ ਪੜ੍ਹਨ ਤੋਂ ਅਸਮਰੱਥ ਨੇ ਉਹ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਤਾਂ ਮਿਲ ਲਏ ਨੇ। ਮੈਂ ਇੱਥੇ ਹੈਰਾਨ ਹੋਇਆ ਥੋੜ੍ਹਾ ਜਿਹਾ ਕਿ ਰਾਜਪਾਲ ਸਾਹਿਬ ਨੇ ਉਹਨਾਂ ਨੂੰ ਸਮਾਂ ਦਿੱਤਾ, ਦਫ਼ਤਰ ਦੇ ਵਿੱਚ ਸਮਾਂ ਦਿੱਤਾ, ਜਾਂ ਬਾਹਰੋਂ ਹੀ ਕਿਤੇ ਉਹਨਾਂ ਤੋਂ ਮੰਗ ਪੱਤਰ ਲੈ ਕੇ ਉਹਨਾਂ ਨੂੰ ਮੋੜ ਦਿੱਤਾ। ਇਹ ਡਿਟੇਲ ਤਾਂ ਨਹੀਂ ਹੈ ਸਾਡੇ ਕੋਲ, ਪਰ ਮੈਂ ਉਦੋਂ ਹੋਰ ਹੈਰਾਨ ਹੋ ਗਿਆ ਜਦੋਂ ਮੈਂ ਇਹ ਵੇਖਿਆ ਕਿ ਮੰਗ ਪੱਤਰ ਦੇਣ ਕੌਣ ਗਿਆ ਸੀ। ਲੋਕਾਂ ਨੇ 3 ਅਕਾਲੀਆਂ ਨੂੰ ਨੁਮਾਇੰਦਗੀ ਦਿੱਤੀ ਹੈ ਤੇ ਜਿਹੜੇ 5 ਮੈਂਬਰੀ ਕਮੇਟੀ ਗਈ ਹੈ ਉਹਨਾਂ 3 ਵਿੱਚੋਂ ਉਹਨਾਂ ਵਿੱਚ ਇੱਕ ਵੀ ਨਹੀਂ ਸੀ। ਕੌਣ ਗਿਆ? ਖੁਦ ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਦਲਜੀਤ ਸਿੰਘ ਚੀਮਾ ਤੇ ਪ੍ਰੇਮ ਸਿੰਘ ਚੰਦੂਮਾਜਰਾ। ਇਹਨਾਂ ਨੇ ਜਾ ਕੇ ਰਾਜਪਾਲ ਨੂੰ ਆਖਿਆ ਕਿ ਪੰਜਾਬ ਵਿੱਚ ਜਦੋਂ ਤੋਂ ਮਾਨ ਸਰਕਾਰ ਆਈ ਹੈ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋ ਗਈ ਹੈ, ਨਸ਼ੇ ਸ਼ਰੇਆਮ ਵਿਕ ਰਹੇ ਨੇ, ਹੋਰ ਪਤਾ ਨਹੀਂ ਕੀ ਇੱਥੇ ਕਾਰਵਾਈ ਨਹੀਂ ਹੋ ਰਹੀ, ਤੇ ਜਿਹੜੇ ਦੰਗਿਆਂ ਦੀ ਸਥਿਤੀ ਪੈਦਾ ਹੋਈ ਹੈ ਉਹ ਨਹੀਂ ਸੀ ਜਿਹੜੀ ਹੋਣੀ ਚਾਹੀਦੀ। ਉਹ ਕਹਿੰਦੇ ਪੰਜਾਬ 'ਚ ਇਦਾਂ ਦੇ ਕਦੇ ਹਾਲਾਤ ਹੀ ਨਹੀਂ ਪੈਦਾ ਹੋਏ ਜਿੱਦਾਂ ਦੇ ਹੁਣ ਹੋਏ ਆ। ਜੀ, ਹਾਲਾਤ ਨਹੀਂ ਪੈਦਾ ਹੋਏ। ਹੁਣ ਸਵਾਲ ਅਸੀਂ ਇਹਨਾਂ ਨੂੰ ਕੱਲੀ ਚੀਜ਼ ਨੂੰ ਡਿਸਕਸ ਕਰਦੇ ਹਾਂ ਕਿ ਜੇ ਤਾਂ ਨਸ਼ਿਆਂ ਦੀ ਗੱਲ ਕਰਦੇ ਨੇ ਤੇ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਅਕਾਲੀ ਦਲ ਨੇ 10 ਸਾਲ ਲਗਾਤਾਰ ਸੱਤਾ ਭੋਗੀ ਹੈ ਪੰਜਾਬ ਦੇ ਵਿੱਚ, ਸਭ ਤੋਂ ਵੱਧ ਉਭਾਰ ਨਸ਼ਿਆਂ ਦਾ ਉਹਨਾਂ ਸਮਿਆਂ ਦੇ ਵਿੱਚ ਹੋਇਆ। ਤੇ ਇਸ ਵੇਲੇ ਮਾਝੇ ਦੇ ਜਰਨੈਲ ਅਖਵਾਉਣ ਵਾਲੇ ਅਕਾਲੀ ਦਲ ਦੇ ਇੱਕ ਵੱਡੇ ਆਗੂ ਇਸੇ ਕਿਸਮ ਦੇ ਕੇਸ ਦੇ ਵਿੱਚ ਇਸ ਵੇਲੇ ਜੇਲ੍ਹ ਦੇ ਵਿੱਚ ਬੈਠੇ ਹੋਏ ਨੇ, ਹਵਾਲਾਤ ਦੇ ਵਿੱਚ ਨੇ ਕਿ ਬੰਦ ਨੇ, ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਰਹੀ, ਕੇਸ ਚੱਲ ਰਿਹਾ। ਹੁਣ ਅੱਗੇ ਚੱਲਦੇ ਹਾਂ, ਜਿੱਥੇ ਤੱਕ ਨਾਜਾਇਜ਼ ਗੱਲਾਂ ਦੀ ਜਾਂ ਹਾਲਾਤ ਖਰਾਬ ਹੋਣ ਦੀ ਗੱਲ ਹੈ, ਉਹਨਾਂ ਨੂੰ ਕਿਸ ਨੇ ਕਿੰਝ ਸਾਂਭਿਆ, ਇਸ ਬਾਰੇ ਗੱਲ ਕਰਦੇ ਹਾਂ। ਜਦੋਂ ਬੱਲਾਂ ਵਾਲੇ ਮੁਖੀ ਦਾ ਬਿਆਨਾਂ ਦੇ ਵਿੱਚ ਕਤਲ ਹੁੰਦਾ, ਉਸ ਤੋਂ ਬਾਅਦ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕਰਫਿਊ ਲਾਇਆ ਦੂਸਰੇ ਤੀਸਰੇ ਦਿਨ ਜਾ ਕੇ, ਉਦੋਂ ਜਦੋਂ ਬਹੁਤ ਸਾਰਾ ਨੁਕਸਾਨ ਹੋ ਚੁੱਕਾ ਸੀ। GT ਰੋਡ ਦੇ ਕੰਢੇ ਸੜੀ ਹੋਈ ਟ੍ਰੇਨ ਬਹੁਤ ਸਾਲ ਤੱਕ ਲੋਕ ਵੇਖਦੇ ਰਹੇ ਨੇ। ਉਹ ਹਿੰਸਾ ਹੀ ਹੋਈ ਸੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ। ਬਹਿਬਲ ਕਲਾਂ ਗੋਲੀकांड ਤੇ ਕੋਟਕਪੂਰਾ ਗੋਲੀकांड, ਜਿਸ ਨੂੰ ਮਸਲੇ ਨੂੰ ਸਹਿਜੇ ਹੀ ਹੱਲ ਕੀਤਾ ਜਾ ਸਕਦਾ ਸੀ ਤੇ ਇੰਨੀ ਲੰਬੀ ਦੇਰ ਚੱਲ ਰਹੇ ਮੋਰਚੇ ਨੂੰ ਪਹਿਲਾਂ ਤੋਂ ਰੋਕਿਆ ਜਾ ਸਕਦਾ ਸੀ ਜੇ ਕਾਰਵਾਈ ਸਹੀ ਕੀਤੀ ਹੁੰਦੀ। ਤੇ ਉਹ ਪਾਰਟੀ ਅੱਜ ਕਹਿ ਰਹੀ ਹੈ ਕਿ ਪਟਿਆਲੇ ਵਿੱਚ ਸਹੀ ਸਮੇਂ ਸਿਰ ਕਾਰਵਾਈ ਹੋਈ ਹੁੰਦੀ ਤੇ ਹਾਲਾਤ ਹੋਰ ਹੋਣੇ ਸੀ। ਦੋਵਾਂ ਗੱਲਾਂ ਨੂੰ ਤੱਕੜੀ ਵਿੱਚ ਪਾ ਕੇ ਤੋਲੋ, ਆਪਣੀ ਤੱਕੜੀ ਵਿੱਚ ਹੀ ਤੋਲ ਲੈਣ ਜਿਹੜਾ ਇਹਨਾਂ ਦਾ ਚੋਣ ਨਿਸ਼ਾਨ ਹੈ, ਫਿਰ ਵੀ ਪਤਾ ਤਾਂ ਲੱਗੇਗਾ ਨਾ। ਪਰ ਗੱਲ ਇਹ ਹੈ ਕਿ 5 ਵਿਅਕਤੀ ਜਿਹੜੇ ਗਏ ਨੇ ਉਹਨਾਂ ਵਿੱਚੋਂ ਇੱਕ ਵੀ ਵਿਧਾਇਕ ਨੂੰ ਨਾ ਲੈ ਕੇ ਜਾਣਾ ਰਾਜਪਾਲ ਕੋਲ ਤੇ ਇਹ ਮੰਗ ਕਰਨੀ ਪਈ ਸਰਕਾਰ ਨੂੰ ਬਰਖਾਸਤ ਕਰ ਦਿਓ। ਦੱਸੋ, ਆਪਣੇ ਆਪ ਦੇ ਵਿੱਚ ਗੱਲ ਕੋਈ ਮੰਨਣ ਵਾਲੀ ਹੈ? ਕਹਿੰਦੇ ਕਾਨੂੰਨੀ ਮਾਹਿਰਾਂ ਕੋਲੋਂ ਰਾਏ ਲੈ ਲੈਣ ਰਾਜਪਾਲ ਤੇ ਫਿਰ ਕੋਈ ਕਾਰਵਾਈ ਕਰਨ। ਰਾਜਪਾਲ ਕਾਨੂੰਨੀ ਮਾਹਿਰ ਕੋਲੋਂ ਰਾਏ ਲੈਣੀ ਅਗਰ ਉਹਨਾਂ ਨੇ ਹੋਵੇ ਤੇ ਲੈ ਲੈਣਗੇ। ਤੁਸੀਂ ਆਪਣੇ ਵਿਧਾਇਕਾਂ ਨੂੰ ਤਾਂ ਨਾਲ ਲੈ ਕੇ ਜਾਓ ਵੀ ਆਹ ਲੋਕਾਂ ਦੇ 3 ਰਿਪਰੈਜ਼ੈਂਟੇਟਿਵ ਨੇ, ਇਹਨਾਂ ਨੂੰ ਅਸੀਂ ਲੈ ਕੇ ਆ ਰਹੇ ਹਾਂ। ਤੁਸੀਂ ਕਹਿ ਰਹੇ ਹੋ ਕਿ ਸਮੇਂ ਸਿਰ ਕਾਰਵਾਈ ਹੁੰਦੀ ਤਾਂ ਪਟਿਆਲੇ ਇਹ ਹਾਲਾਤ ਨਾ ਬਣਦੇ। ਮੈਨੂੰ ਇੱਕ ਦੱਸੋ, ਜੇ ਸਿੰਸੈਰਿਟੀ ਦੀ ਗੱਲ ਹੈ, ਸਭ ਕੁਝ ਹੋ ਗਿਆ, ਇੱਕ ਸੈਸ਼ਨ ਵੀ ਵਿਧਾਨ ਸਭਾ ਦਾ ਇੱਕ ਦਿਨ ਦਾ ਹੋ ਚੁੱਕਾ ਹੈ, ਇੰਨੇ ਵੱਡੇ ਫੈਸਲੇ ਲਏ ਜਾ ਰਹੇ ਨੇ, ਤੇ ਤੁਸੀਂ ਇੱਕ ਵਿਧਾਇਕ ਨੇ ਤੇ ਤੁਹਾਡੀ ਨੇ ਹੁਣ ਹਲਫ ਚੁੱਕਿਆ। ਉਹਨਾਂ ਨੇ ਤੇ ਇਸ ਗੱਲ ਨੂੰ ਜ਼ਰੂਰੀ ਵੀ ਨਹੀਂ ਸਮਝਿਆ ਕਿ ਜਾ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਜਾਵੇ ਕਿ ਮਜੀਠਾ ਹਲਕੇ ਦੇ ਲੋਕਾਂ ਦੀ ਨੁਮਾਇੰਦਾ ਮੈਂ ਹਾਂ ਤੇ ਉਹਨਾਂ ਦੀ ਗੱਲ ਜਾ ਕੇ ਰੱਖਾਂ ਉੱਥੇ ਜਾਂ ਕਿਸੇ ਕੋਲ ਕਰਾਂ। ਅੱਜ ਤੱਕ ਇੱਕ ਬਿਆਨ ਤਾਂ ਸਾਹਮਣੇ ਆਇਆ ਨਹੀਂ ਵਿਧਾਇਕਾਂ ਵੱਲੋਂ। ਤੇ ਇਹ ਸੁਖਬੀਰ ਸਿੰਘ ਬਾਦਲ ਤੇ ਇਹ ਚਾਰੇ ਉਹਨਾਂ ਦੇ ਸਾਥੀ ਜਿਹੜੇ ਇਲੈਕਸ਼ਨਾਂ ਦੇ ਵਿੱਚ ਹਾਰ ਦਾ ਸਾਹਮਣਾ ਕਰ ਚੁੱਕੇ ਨੇ, ਇਹਨਾਂ ਨੂੰ ਗੱਲ ਸਮਝ ਲੈਣੀ ਚਾਹੀਦੀ ਆ ਅਜੇ ਸਾਡੀ ਆਵਾਜ਼ ਨਹੀਂ ਸੁਣਨੀ ਕਿਸੇ ਨੇ। ਤੁਸੀਂ ਰੋਜ਼ ਪ੍ਰੈਸ ਕਾਨਫਰੰਸ ਕਰਦੇ ਹੋ, ਨਵੇਂ ਮੁੱਦੇ ਉਠਾਉਂਦੇ ਹੋ, ਤੇ ਹੁਣ ਇਹ ਕਹਿਣਾ ਕਿ ਸਰਕਾਰ ਨੂੰ ਕੇਜਰੀਵਾਲ ਚਲਾ ਰਹੇ ਨੇ ਤੇ ਪੰਜਾਬ ਦੇ ਨਾਲ ਦਿੱਲੀ ਦਾ MOU ਸਾਈਨ ਕਰਕੇ ਜੋ ਇੱਕ ਗੁਪਤ ਸਮਝੌਤਾ, ਜਿਹੜਾ ਗੁਪਤ ਕੋ ਗੱਲਾਂ ਹੁੰਦੀਆਂ ਨੇ ਸਰਕਾਰ ਦੀਆਂ, ਉਹ ਉਹਨਾਂ ਦੇ ਸਾਹਮਣੇ ਰੱਖ ਦਿੱਤੀਆਂ ਕੇਜਰੀਵਾਲ ਦੇ। ਕਹਿੰਦੇ ਗੁਪਤ ਫਾਈਲਾਂ ਖੋਲ ਕੇ ਭਗਵੰਤ ਮਾਨ ਨੇ ਕੇਜਰੀਵਾਲ ਅੱਗੇ ਪੰਜਾਬ ਸਰਕਾਰ ਦੀਆਂ ਗੁਪਤ ਫਾਈਲਾਂ। ਕੀ ਸੁਖਬੀਰ ਸਿੰਘ ਬਾਦਲ ਡਿਟੇਲ ਨਾਲ ਦੱਸ ਸਕਦੇ ਨੇ ਕਿ ਕਿਹੜੀਆਂ ਗੁਪਤ ਫਾਈਲਾਂ ਅੱਗੇ ਰੱਖੀਆਂ, ਜਾਂ ਵੈਸੇ ਹੀ ਗੱਲ ਛੱਡਣ ਦੀ ਆਦਤ ਪੈ ਗਈ ਹੈ? ਜੇ ਗੁਪਤ ਫਾਈਲਾਂ ਦੀ ਗੱਲ ਕੀਤੀ ਜਾਵੇ, ਕੀ ਪੰਜਾਬ ਦੀ ਸਿਕਿਉਰਿਟੀ ਨਾਲ ਜੁੜਿਆ ਹੋਇਆ ਮੁੱਦਾ ਸੀ ਕੋਈ, ਜਾਂ ਪੰਜਾਬ ਦੀ ਕੋਈ ਇਹੋ ਜਿਹੀ ਰਣਨੀਤੀ ਵੀ ਹੁੰਦੀ ਹੈ ਜਿਹੜੇ ਬਾਕੀ ਦੇਸ਼ ਦੇ ਹਿੱਤ ਵਿੱਚ ਨਾ ਹੋਵੇ ਤੇ ਦਿੱਲੀ ਦੇ ਖਿਲਾਫ ਹੋ ਸਕਦੀ ਹੈ, ਤੇ ਜੇ ਦਿੱਲੀ ਵਾਲਿਆਂ ਨੂੰ ਪਹਿਲਾਂ ਪਤਾ ਲੱਗੀ ਤੇ ਪੰਜਾਬ ਵਾਲਿਆਂ ਦਾ ਨੁਕਸਾਨ ਹੋ ਜੂ। ਹੁਣ ਇਸ ਗੱਲ ਨੂੰ ਦੂਸਰੇ ਤਰੀਕੇ ਨਾਲ ਵੇਖੀਏ ਕਿ ਜੇ ਉਹ ਕਹਿੰਦੇ ਨੇ ਕਿ ਕੇਜਰੀਵਾਲ ਦੇ ਸਾਹਮਣੇ ਕੋਈ ਗੁਪਤ ਫਾਈਲਾਂ ਰੱਖ ਦਿੱਤੀਆਂ ਨੇ, ਕੇਜਰੀਵਾਲ ਨਾ ਹੋਏ, ਸ਼ਹਿਬਾਜ਼ ਸ਼ਰੀਫ ਹੋ ਗਏ, ਪਰਵੇਜ਼ ਮੁਸ਼ਰਫ ਹੋ ਗਏ, ਉਹ ਕੋਈ ਬੰਗਲਾਦੇਸ਼ ਦਾ ਪ੍ਰੈਜ਼ੀਡੈਂਟ ਹੋ ਗਿਆ ਜਿਸ ਦੇ ਸਾਹਮਣੇ ਫਾਈਲਾਂ ਰੱਖ ਦਿੱਤੀਆਂ। ਤੁਸੀਂ ਦੇਖੋ, ਇਹਨਾਂ ਦੀ ਭਾਈਵਾਲ ਪਾਰਟੀ ਸਿਕੰਦਰ ਸਿੰਘ ਮਲੂਕਾ ਅਜੇ ਕੱਲ੍ਹ ਕਹਿ ਕੇ ਹਟੇ ਨੇ ਕਿ ਨਿਗਮ ਦੀਆਂ ਚੋਣਾਂ ਦੇ ਵਿੱਚ ਜੇ ਸਾਨੂੰ ਭਾਜਪਾ ਨਾਲ ਸਾਂਝ ਪਾਉਣੀ ਪਈ
ਤੇ ਅਸੀਂ ਪਾਵਾਂਗੇ, ਹੋ ਸਕਦਾ ਹੈ ਕਿ ਅਸੀਂ ਇਕੱਠੇ ਇਲੈਕਸ਼ਨ ਫਾਈਟ ਕਰੀਏ। ਤੇ ਉਸ ਭਾਜਪਾ ਨੇ ਕੀ ਕੀਤਾ ਸੀ, ਜਦੋਂ ਪਠਾਨਕੋਟ 에ਅਰਬੇਸ ਤੇ ਹਮਲਾ ਹੋਇਆ ਸੀ, ਪਠਾਨਕੋਟ 에ਅਰਬੇਸ ਤੇ ਹਮਲਾ ਹੋਇਆ, ਪਾਕਿਸਤਾਨ ਵਾਲਿਆਂ ਤੇ ਇਲਜ਼ਾਮ ਲਾ ਦਿੱਤਾ, ਉਹ ਕਹਿੰਦੇ ਸਾਨੂੰ ਸਬੂਤ ਦਿਓ। ਉਹਨਾਂ ਦੀ ਇੱਕ ਮਾਹਿਰਾਂ ਦੀ ਟੀਮ 에ਅਰਫੋਰਸ ਸਟੇਸ਼ਨ ਦੇ ਅੰਦਰ ਆ ਕੇ ਜਗ੍ਹਾ ਦਾ ਮੁਆਇਨਾ ਕਰਕੇ ਗਈ ਹੈ ਜਿੱਥੇ ਹਮਲਾ ਹੋਇਆ ਸੀ। ਫਿਰ ਸਰਕਾਰ ਚੁੱਪ ਹੋ ਗਈ, ਮੁਆਫੀ ਮੰਗਣੀ ਪਈ ਬਹੁਤ ਸਾਰੇ ਲੋਕਾਂ ਨੂੰ ਕਿ ਸਾਡੇ ਕੋਲੋਂ ਗਲਤੀ ਹੋ ਗਈ ਹੈ। ਜਿਸ 에ਅਰਫੋਰਸ ਬੇਸ ਤੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਵੀ ਵੰਡ ਦੀ ਇਜਾਜ਼ਤ ਨਹੀਂ ਹੁੰਦੀ, ਉੱਥੇ ਇੱਕ ਬੇਗਾਨੇ ਦੇਸ਼ ਦੇ ਜਿਹੜੇ ਅਫਸਰ ਸੀ, ਅਧਿਕਾਰੀ ਸੀ, ਚਾਹੇ ਉਹ ISI ਦੇ ਹੋਣ ਜਾਂ ਉੱਥੇ ਦੀ 에ਅਰਫੋਰਸ ਦੇ ਹੋਣ, ਉਹਨਾਂ ਨੂੰ ਇਹ ਵਿਖਾਉਣ ਲਈ ਕਿ ਅੱਤਵਾਦੀ ਹਮਲਾ ਕਿਵੇਂ ਹੋਇਆ ਸੀ, ਉਹ ਵੜ ਲਿਆ ਤੇ ਤੁਸੀਂ ਉਹਨਾਂ ਦੇ ਭਾਈਵਾਲ ਸੋ ਉਦੋਂ। ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ। ਤੁਸੀਂ ਕਬੱਡੀ ਦੇ ਮੈਚ ਕਰਵਾਉਂਦੇ ਰਹੇ ਹੋ, ਸ਼ਹਿਬਾਜ਼ ਸ਼ਰੀਫ ਦੇ ਨਾਲ ਕੁਰਸੀ ਢਾਹ ਕੇ ਬੈਠਦੇ ਰਹੇ ਹੋ, ਰਾਤਾਂ ਨੂੰ ਦੇਖਦੇ ਰਹੇ ਹੋ, ਭੇਡਾਂ, ਕੰਬਾਈਨਾਂ, ਟਰੈਕਟਰ ਤੇ ਪਤਾ ਨਹੀਂ ਕੀ ਸਮਾਨ ਦਾ ਆਦਾਨ ਪ੍ਰਦਾਨ ਹੁੰਦਾ ਰਿਹਾ। ਤੁਸੀਂ 2 ਸਮਝੌਤੇ ਤੇ ਕਰਵਾ ਨਹੀਂ ਸਕੇ ਪੰਜਾਬ ਦੇ ਹਿੱਤ ਲਈ। ਜੇ ਖਜੂਰਾਂ ਦੇ ਬੂਟੇ ਜਿਹੜੇ ਸੀ ਉਹ ਆਰਡਰ ਕੀਤੇ ਗਏ ਤੇ ਉਹ ਆਪਣੇ ਬਾਗ ਵਿੱਚ ਲਗਵਾਉਣ ਲਈ, ਨਾ ਕਿ ਪੰਜਾਬ ਦੇ ਵਿੱਚ ਕਿਤੇ ਫਿੱਟ ਕਰਨ ਲਈ। ਪੰਜਾਬ ਦੀ ਭਲਾਈ ਵਾਸਤੇ ਜੇ ਕੋਈ 2-4 ਚੰਗੇ ਫੈਸਲੇ ਲਏ ਹੁੰਦੇ ਤਾਂ ਸਰਦਾਰ ਸਾਹਿਬ ਇਹ ਅੱਜ ਹਾਲ ਨਾ ਹੁੰਦਾ। ਮੈਂ ਸਮਝਦਾ ਕਿ ਸੁਖਬੀਰ ਸਿੰਘ ਬਾਦਲ ਦੀ ਮੰਗ ਕਿ ਰਾਜਪਾਲ ਨੂੰ ਇਹ ਕਹਿਣਾ ਕਿ ਸਰਕਾਰ ਨੂੰ ਬਰਖਾਸਤ ਕਰ ਦਿਓ, ਲੋਕਾਂ ਦੀ ਚੁਣੀ ਹੋਈ ਸਰਕਾਰ ਜਿਹੜੀ ਹੈ ਉਹਨੂੰ ਇਸ ਤਰ੍ਹਾਂ ਇੰਨੀ ਵੱਡੀ ਮੈਜੋਰਟੀ ਨਾਲ ਤਾਂ ਅਜੇ 50 ਦਿਨ ਹੋਏ ਨੇ, ਉਹਨੂੰ ਇਸ ਤਰ੍ਹਾਂ ਦੀ ਗੱਲ ਕਰ ਦੇਣੀ ਗੈਰ ਜ਼ਿੰਮੇਵਾਰਾਨਾ ਬਿਆਨ ਹੈ। ਮੈਂ ਇਹਨੂੰ ਹੋਰ ਵੀ ਗੱਲ ਕੀਤੀ, ਕਹਿੰਦੇ ਇਸ਼ਤਿਹਾਰਬਾਜ਼ੀ ਕਰਕੇ ਨਾ ਹਾਏ ਇਹਨਾਂ ਨੇ ਤੇ ਖਜ਼ਾਨੇ ਨੂੰ ਚੂਨਾ ਲਾਤਾ। ਕੀ ਇਹਨਾਂ ਦੀ ਨਹੀਂ ਕਦੀ ਫੋਟੋ ਆਈ ਅਖਬਾਰ 'ਚ, ਜਾਂ ਫਿਰ ਇਹਨਾਂ ਨੇ ਖਜ਼ਾਨਾ ਭਰਨ ਲਈ ਕੀ ਕੀਤਾ ਹੁਣ ਤੱਕ? ਦੇਖੋ ਗੱਲ ਇਹ ਆ, ਕੋਈ ਚੌਂਕ ਚਰਸਤਾ ਚੁਰਾਹਾ ਬਾਦਲ ਸਰਕਾਰ ਵੇਲੇ ਮੈਂ ਨਹੀਂ ਦੇਖਿਆ ਜਿੱਥੇ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਨਾ ਲੱਗੀ ਹੋਵੇ। ਸਾਈਕਲ ਦਿੱਤੇ ਗਏ ਲੜਕੀਆਂ ਨੂੰ ਸਰਕਾਰੀ ਖਜ਼ਾਨੇ 'ਚੋਂ, ਉਸ ਦੇ ਉੱਪਰ ਵੀ ਮੁੱਖ ਮੰਤਰੀ ਦੀ ਫੋਟੋ। ਐਂਬੂਲੈਂਸ ਜਿਹੜੀ ਸੀ ਸਰਕਾਰੀ, ਉਹ ਸਰਕਾਰ ਦੇ ਪੈਸੇ ਨਾਲ, ਉਸ ਦੇ ਉੱਪਰ ਵੀ ਮੁੱਖ ਮੰਤਰੀ ਦੀ ਫੋਟੋ। ਖੈਰ ਸਾਡੇ ਦੇਸ਼ ਵਿੱਚ ਰਿਵਾਜ ਹੀ ਇਸ਼ਤਿਹਾਰਬਾਜ਼ੀ ਦਾ ਹੈ। ਜੇ ਤਾਂ ਤੁਸੀਂ ਆਪ ਉਹ ਕੰਮ ਨਾ ਕੀਤੇ ਹੋਣ ਤੇ ਫਿਰ ਤੁਸੀਂ ਸਰਕਾਰ ਨੂੰ ਆਖੋ। ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਇਸ਼ਤਿਹਾਰਬਾਜ਼ੀ ਤੇ ਪੈਸੇ ਖਰਚ ਕੀਤੇ ਨੇ, ਕੋਈ ਹਿਸਾਬ ਕਿਤਾਬ ਤਾਂ ਹੋਵੇਗਾ, ਕੋਈ ਅੰਕੜੇ ਤਾਂ ਮੂਹਰੇ ਰੱਖੋ ਕਿਸੇ ਦੇ। ਪਰ ਮੈਂ ਇਸ ਗੱਲ ਨੂੰ ਜ਼ਿਆਦਾ ਜ਼ਰੂਰੀ ਸਮਝਦਾ ਕਿ ਅਜੇ ਚੁੱਪ ਰਹਿਣ ਦਾ ਵੇਲਾ। ਇਸ ਗੱਲ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਭਾਈ ਸਾਨੂੰ ਲੋਕਾਂ ਨੇ ਨਕਾਰਿਆ ਤੇ ਅਸੀਂ ਉਨੀ ਕੁ ਗੱਲ ਕਰੀਏ ਵਿਰੋਧੀ ਧਿਰ ਬਣ ਕੇ ਤੇ ਉਹਨਾਂ ਕੋਲੋਂ ਕਰਵਾਈਏ ਜਿਹੜੇ ਇਸ ਵੇਲੇ ਨੁਮਾਇੰਦੇ ਨੇ ਸਾਡੀ ਪਾਰਟੀ ਦੇ ਵਿਧਾਨ ਸਭਾ ਵਿੱਚ, ਫਿਰ ਬਿਹਤਰ ਗੱਲ ਹੋਵੇਗੀ। ਤੁਸੀਂ ਲੋਕ ਸਭਾ ਦੇ ਮੈਂਬਰ ਹੁੰਦੇ ਹੋਏ, ਸੁਖਬੀਰ ਸਿੰਘ ਬਾਦਲ ਇਸ ਵੇਲੇ ਲੋਕ ਸਭਾ ਦੇ ਮੈਂਬਰ ਨੇ, ਸੁਖਬੀਰ ਸਿੰਘ ਬਾਦਲ ਬਿਹਤਰ ਹੋਵੇਗਾ ਕਿ ਪੰਜਾਬ ਦੇ ਮੁੱਦੇ ਨੂੰ ਕਿਸੇ ਨੂੰ ਕੇਂਦਰ ਵਿੱਚ ਉਠਾਉਣ। ਜੇ ਭਾਜਪਾ ਨਾਲ ਸਾਂਝ ਪਾਉਣੀ ਹੈ ਤੇ ਪਾਲਣ ਕੋਈ ਨਹੀਂ ਰੋਕਦਾ, ਪਰ ਬਿਹਤਰ ਹੋਵੇਗਾ ਕਿ BSF ਦਾ ਘੇਰਾ ਵਧਾਇਆ ਗਿਆ, ਕਿਸਾਨ ਦੇ ਗਲ ਵਿੱਚ ਜੋ ਗੁੱਠੂ ਦਿੱਤਾ ਜਾ ਰਿਹਾ ਕਿ DAP ਦਾ ਭਾਅ, ਪੋਟਾਸ਼ ਦਾ ਭਾਅ ਵਧਾਇਆ ਜਾ ਰਿਹਾ, ਪੰਜਾਬ ਨੂੰ ਜਿਹੜਾ ਕੇਂਦਰ ਦਾ ਭੰਡਾਰ ਹੈ ਉਸ ਤੋਂ ਪ੍ਰੋਪਰ ਜੋ ਕੋਲਾ ਮਿਲਣਾ ਚਾਹੀਦਾ ਕੋਲ ਇੰਡੀਆ ਤੋਂ, ਉਹਨਾਂ ਨਹੀਂ ਮਿਲ ਰਿਹਾ। ਹੋਰ ਬਹੁਤ ਸਾਰੇ ਮੁੱਦੇ ਨੇ, ਏਅਰਪੋਰਟਾਂ ਦਾ ਮੁੱਦਾ ਹੈ, ਪੰਜਾਬ ਦੀ ਸੁਰੱਖਿਆ ਦਾ ਮੁੱਦਾ ਹੈ, ਇਹ ਪਾਣੀਆਂ ਦਾ ਮਸਲਾ ਹੈ, ਸਾਰੇ ਹੱਲ ਕਰਵਾਉਣੇ ਚਾਹੀਦੇ ਨੇ। ਜੇ ਭਾਜਪਾ ਨੇ ਭਿਆਲੀ ਪੈਂਦੀ ਤਾਂ ਇਹਨਾਂ ਨੂੰ ਮੁੱਦੇ ਹੱਲ ਕਰਵਾਉਣ ਵੱਲ ਧਿਆਨ ਦੇਣਾ ਚਾਹੀਦਾ। ਪੰਜਾਬ ਵਿਧਾਨ ਸਭਾ ਵੱਲ ਨੂੰ ਹਾਲ ਦੀ ਘੜੀ ਰੋਕ ਨਾ ਕਰਨ ਤੇ ਜ਼ਿਆਦਾ ਬਿਹਤਰ ਹੋਵੇਗਾ। ਕੁਲਦੀਪ ਜੀ, 117 ਚੋਂ ਝੁੰਗੇ 'ਚ 3 ਸੀਟਾਂ ਜਿੱਤਣ ਵਾਲੀ ਪਾਰਟੀ ਦਾ ਪ੍ਰਧਾਨ ਸਾਹਿਬ ਕਹਿੰਦਾ ਕਿ ਪਟਿਆਲਾ ਹਿੰਸਾ ਦੇ ਵਿੱਚ ਜਿਹੜੀ ਸਰਕਾਰ ਨੇ ਕਾਰਵਾਈ ਕੀਤੀ ਉਹਦੇ 'ਚੋਂ ਨਾਕਾਮ ਰਹਿ ਗਈ ਹੈ ਤੇ ਬਿਆਨਬਾਜ਼ੀਆਂ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਕਰ ਰਹੀ ਹੈ। ਰਾਘਵ ਚੱਡਾ ਪਹਿਲਾਂ ਬੋਲ ਪਿਆ CM ਮਾਨ ਨਾਲੋਂ। ਸਵਾਲ ਮੇਰਾ ਇਹ ਹੈ ਕਿ ਜਦੋਂ ਬੇਅਦਬੀ ਦਾ ਮੁੱਦਾ ਹੋਇਆ ਸੀ, ਗੋਲੀ ਕਾਂਡ ਹੋਇਆ ਸੀ, ਉਦੋਂ ਇਹਨਾਂ ਨੇ ਕਿੱਦਾਂ ਨਜਿੱਠਿਆ ਸੀ ਮਾਮਲੇ ਨੂੰ? ਬਿਲਕੁਲ ਨਹੀਂ ਨਜਿੱਠਿਆ ਹੀ ਨਹੀਂ, ਬਲਕਿ ਅੱਜ ਤੱਕ ਉਸ ਨੂੰ ਠੰਡੇ ਬਸਤੇ ਵਿੱਚ ਪਾ ਛੱਡਿਆ। ਜੇ ਨਜਿੱਠਣ ਲਈ ਇੱਕ ਸੁਹਿਰਦ ਕੋਸ਼ਿਸ਼ ਵੀ ਕੀਤੀ ਹੁੰਦੀ ਤੇ ਅੱਜ ਇਹ ਪੰਜਾਬ ਦੇ ਜਾਂ ਅਕਾਲੀ ਦਲ ਦੇ ਹਾਲਾਤ ਨਾ ਹੁੰਦੇ ਜਿਹੜੇ ਅੱਜ ਸਾਹਮਣਾ ਕਰਨਾ ਪੈ ਰਿਹਾ। ਇੰਨੇ ਸਾਲ ਹੋ ਗਏ ਨੇ ਉਹ ਕੰਮ ਠੰਡੇ ਦਾ ਠੰਡਾ ਪਿਆ ਹੋਇਆ, ਵਿੱਚੇ ਅਕਾਲੀ ਸਰਕਾਰ, ਵਿੱਚੇ ਕਾਂਗਰਸ ਸਰਕਾਰ। ਇਹਨਾਂ ਨੇ ਕਿਸੇ ਮੁੱਦੇ ਨੂੰ, ਇਸ ਨੂੰ ਗੰਭੀਰਤਾ ਨਾਲ ਬਿਲਕੁਲ ਨਹੀਂ ਲਿਆ। ਅਜੇ ਵੀ ਬਹੁਤ ਸਾਰੇ ਕੇਸ ਇਹੋ ਜਿਹੇ ਪਏ ਹੋਏ ਨੇ ਜਿਹੜੇ ਬੰਦੀ ਸਿੰਘਾਂ ਦਾ ਅੱਜ ਚੇਤਾ ਆ ਰਿਹਾ ਤੇ ਉਹਨਾਂ ਦਾ ਆਪਣੀ ਸਰਕਾਰ ਜਦੋਂ ਕੇਂਦਰ ਵਿੱਚ ਵੀ ਆਪਣੀ ਸੀ ਤਾਂ ਇੱਥੇ ਵੀ ਆਪਣੀ ਸੀ, ਉਦੋਂ ਚੇਤਾ ਕਿਉਂ ਨਾ ਆਇਆ? ਇਹ ਸਾਰੇ ਸਵਾਲ ਬਣਦੇ ਨੇ ਪਰ ਅਜੇ ਪੁੱਛਣੇ ਕਿਸੇ ਨੇ ਨਹੀਂ, ਕਿਉਂਕਿ ਮੇਰਾ ਖਿਆਲ ਹੈ ਕਿ ਲੋਕਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਹੋਇਆ। ਉਸ ਜਵਾਬ ਤੇ ਉਹਨਾਂ ਨੂੰ ਥੋੜ੍ਹਾ ਜਿਹਾ ਚਿਰ ਅਜੇ ਚਿੰਤਨ ਮੰਥਨ ਕਰਨਾ ਚਾਹੀਦਾ ਹੈ। ਭਾਈ ਅਸੀਂ ਤੇ ਵੱਡੇ ਫਰਕ ਨਾਲ ਹਾਰੇ। ਇੱਕ ਗੱਲ ਹੋਰ ਹੈ, ਅਕਾਲੀ ਬਹੁਤ ਥੋੜੇ ਫਰਕ ਨਾਲ ਨਹੀਂ ਹਾਰੇ, ਵੱਡੇ ਫਰਕ ਨਾਲ ਹਾਰੇ ਹੋਏ ਨੇ ਤੇ ਬਹੁਤੀਆਂ ਜਗ੍ਹਾ ਤੇ ਤੀਸਰੇ ਨੰਬਰ ਤੇ ਹੀ ਰਹੇ ਨੇ। ਇਹਨਾਂ ਨੂੰ ਸਮਝ ਲੈਣੀ ਚਾਹੀਦੀ ਗੱਲ ਕਿ ਅਜੇ ਅਸੀਂ ਪੰਜਾਬ ਦੇ ਸੰਦਰਭ ਵਿੱਚ ਵਿਧਾਨ ਸਭਾ ਦੀ ਦੌੜ ਦੇ ਵਿੱਚੋਂ ਬਾਹਰ ਹਾਂ। ਜੀ, ਜਦੋਂ ਇਹ ਸੱਤਾ ਤੇ ਬਹਿੰਦੀਆਂ ਨੇ ਪਾਰਟੀਆਂ ਉਦੋਂ ਅੱਖਾਂ ਮੂੰਦ ਲੈਂਦੀਆਂ ਨੇ, ਜਦੋਂ ਕੁਰਸੀ ਤੋਂ ਲੈ ਜਾਂਦੀਆਂ ਨੇ ਪਤਾ ਨਹੀਂ ਕਿਹੜੀ ਐਨਕ ਲਾ ਲੈਂਦੀਆਂ ਨੇ। ਫਿਰ ਇਹਨਾਂ ਨੂੰ ਮੁੱਦੇ ਵੀ ਬੜੇ ਦਿਖਦੇ ਨੇ, ਸੁਝਾਅ ਵੀ ਬੜੇ ਦਿਖਦੇ ਨੇ, ਗੱਲਾਂ ਵੀ ਬੜੀਆਂ ਕਰਦੇ ਨੇ। ਫਿਲਹਾਲ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਬੀਤੇ ਕੱਲ ਸੁਰਖੀ ਬਣੀ ਹੋਈ ਸੀ ਟੀਵੀ ਦੀ, ਅਖਬਾਰਾਂ ਦੀ ਕਿ ਪਟਵਾਰੀ ਤੇ ਕਾਨੂੰਗੋ ਹੜਤਾਲ ਤੇ ਚਲੇ ਗਏ। ਅੱਜ ਸੁਰਖੀ ਕੁਝ ਹੋਰ ਬਣੀ ਹੋਈ ਹੈ। ਦਰਸ਼ਕਾਂ ਨੂੰ ਸਾਰੀ ਸੱਚਾਈ ਦੱਸ ਦਈਏ ਇੱਕ ਵਾਰੀ। ਸੱਚਾਈ ਅਸਲ ਵਿੱਚ ਤੇ ਜਦੋਂ ਅਦਾਲਤੀ ਕਾਰਵਾਈ ਹੋਵੇਗੀ ਉਸ ਪੱਖ ਵਾਲੀ ਸੱਚਾਈ ਬਾਅਦ ਵਿੱਚ ਪਤਾ ਲੱਗੇਗੀ। ਕੇਸ ਚੱਲ ਰਿਹਾ ਹੈ, ਦੀਦਾਰ ਨਾਂ ਦਾ ਇੱਕ ਪਟਵਾਰੀ ਹੈ ਤੇ ਉਸ ਦੇ ਉੱਪਰ ਇੱਕ ਕੇਸ ਪਿਆ ਹੈ। ਉਹ ਇੱਕ ਕੋਈ ਛੋਟਾ-ਮੋਟਾ ਪਟਵਾਰੀ ਨਹੀਂ ਹੈ, ਉਹ ਸੰਗਰੂਰ ਜ਼ਿਲ੍ਹੇ ਦੀ ਜ਼ਿਲ੍ਹਾ ਪਟਵਾਰ ਐਸੋਸੀਏਸ਼ਨ ਦਾ ਪ੍ਰਧਾਨ ਵੀ ਹੈ, ਪਟਵਾਰੀਆਂ ਦੀ ਯੂਨੀਅਨ ਦਾ। ਹੁਣ ਜਦੋਂ ਉਸ ਕੋਲ ਇਸ ਲੈਵਲ ਦੀ ਵੱਡੀ ਪੋਸਟ ਹੈ ਤੇ ਜ਼ਾਹਿਰਾ ਤੌਰ ਤੇ ਜਿਹੜੀ ਇਹਨਾਂ ਦੀ ਯੂਨੀਅਨ ਹੈ ਉਹ ਗਿਣਤੀ ਮਿਣਤੀ ਦੇ ਵਿੱਚ ਆਉਂਦੀ ਹੈ ਤੇ ਉਸ ਨੂੰ ਫਿਰ ਆਪਣੀ ਕਾਰਵਾਈ ਕਰਨ ਲਈ ਕੁਝ ਨਾ ਕੁਝ ਤਿਆਰ ਰਹਿਣਾ ਪੈਂਦਾ ਹੈ। ਇਸ ਪਟਵਾਰੀ ਤੇ ਇਲਜ਼ਾਮ ਹੈ, ਜੋ ਅਸਲ ਵਿੱਚ ਹੋਇਆ ਉਹ ਇਹ ਕਿ ਐਂਟੀ ਕਰਪਸ਼ਨ ਲਾਈਨ ਜੋ ਭਗਵੰਤ ਮਾਨ ਸਰਕਾਰ ਨੇ ਜਾਰੀ ਕੀਤੀ ਹੋਈ ਹੈ ਉਸ ਨੰਬਰ ਤੇ ਸ਼ਿਕਾਇਤ ਆਉਂਦੀ ਹੈ ਤੇ ਸ਼ਿਕਾਇਤ ਆਉਣ ਤੋਂ ਬਾਅਦ ਕਾਰਵਾਈ ਹੁੰਦੀ ਹੈ ਤੇ ਉਸ ਨੂੰ ਇੱਕ ਰਿਸ਼ਵਤਖੋਰੀ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ, ਨਾਲ ਇੱਕ ਨੰਬਰਦਾਰ ਨੂੰ ਵੀ ਫੜਿਆ ਗਿਆ। ਹੁਣ ਇਸ ਤੇ ਕਾਰਵਾਈ ਹੋਣੀ ਹੈ, ਕੇਸ ਚੱਲੇਗਾ ਜਦੋਂ ਕਿਸੇ ਨੂੰ ਇਸ ਤਰ੍ਹਾਂ ਦੇ ਇਲਜ਼ਾਮ ਤਹਿਤ ਫੜਿਆ ਜਾਂਦਾ। ਪਰ ਉਸ ਤੋਂ ਪਹਿਲਾਂ ਰੈਵਨਿਊ ਪਟਵਾਰ ਯੂਨੀਅਨ ਜਿਹੜੀ ਆ ਉਹ ਹਰਕਤ ਵਿੱਚ ਆ ਜਾਂਦੀ ਹੈ ਤੇ ਉਹ ਹੱਕ ਵਿੱਚ ਫੈਸਲਾ ਲੈ ਕੇ ਇਸ ਦੇ ਖਿਲਾਫ ਗਲਤ ਫੋਨ ਤੇ ਝੂਠੀ ਸ਼ਿਕਾਇਤ ਦੇ ਆਧਾਰ ਤੇ ਜਿਹੜੀ ਉਹ ਕਾਰਵਾਈ ਹੋਈ ਹੈ। ਹੁਣ ਇਸ ਗੱਲ ਦਾ ਨਿਤਾਰਾ, ਜਿਵੇਂ ਤੁਸੀਂ ਮੈਨੂੰ ਪੁੱਛਿਆ ਕਿ ਸੱਚਾਈ ਕੀ ਹੈ, ਜਿਹੜਾ ਫੈਸਲਾ ਅਦਾਲਤ ਦੇ ਵਿਚਾਰ ਅਧੀਨ ਹੈ ਉਸ ਤੇ ਕੋਈ ਕਿਵੇਂ ਕਹਿ ਸਕਦਾ ਹੈ ਕਿ ਇਹਦੀ ਸੱਚਾਈ ਆਹ ਨਹੀਂ ਆਹ ਹੈ। ਹੁਣ ਕੇਸ ਹੈ, ਅਸੀਂ ਤਾਂ ਸਿਰਫ ਜਾਣਕਾਰੀ ਦੇ ਸਕਦੇ ਹਾਂ, ਪਰ ਸਮਹਾਉ ਜਿਹੜੀ ਯੂਨੀਅਨ ਹੈ ਕਾਨੂੰਗੋਆਂ ਦੀ ਤੇ ਪਟਵਾਰੀਆਂ ਦੀ ਪੰਜਾਬ ਭਰ ਦੀ, ਉਹ ਇਹ ਫੈਸਲੇ ਤੇ ਪਹੁੰਚ ਗਈ ਹੈ ਕਿ ਪਟਵਾਰੀ ਦੀ ਕੋਈ ਗਲਤੀ ਨਹੀਂ ਹੈ, ਉਸ ਨੂੰ ਝੂਠੇ ਤਰੀਕੇ ਨਾਲ ਫਸਾਇਆ ਗਿਆ। ਕੀ ਇਹ ਜਾਣਕਾਰੀ ਜਿਹੜੀ ਹੈ ਇਹ ਕਿਸੇ ਤਰ੍ਹਾਂ ਅਥੈਂਟਿਕ ਜਾਪਦੀ ਹੈ? ਕਿਸ ਆਧਾਰ ਤੇ ਉਹ ਕਹਿ ਰਹੇ ਨੇ ਕਿ ਉਸ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ ਜਾਂ ਕਿਉਂ ਫਸਾਇਆ ਗਿਆ? ਜਾਂ ਸਿਰਫ ਇਸ ਕਰਕੇ ਕਿ ਉਹ ਜ਼ਿਲ੍ਹਾ ਪਟਵਾਰ ਐਸੋਸੀਏਸ਼ਨ ਦਾ ਪ੍ਰਧਾਨ ਹੈ ਤੇ ਫਿਰ ਉਸ ਤੇ ਕਾਰਵਾਈ ਨਹੀਂ ਹੋਣੀ ਬਣਦੀ? ਪਰ ਇਸ ਦੇ ਨਾਲ ਹੀ ਪੰਜਾਬ ਸਰਕਾਰ ਦਾ ਵਿਜੀਲੈਂਸ ਡਿਪਾਰਟਮੈਂਟ ਜਿਹੜਾ ਉਹਨਾਂ ਨੇ ਇੱਕ ਅਗਲੇਰੀ ਕਾਰਵਾਈ ਕੀਤੀ ਹੈ। ਘਰ ਦੇ ਉੱਪਰ ਉਸ ਦੇ ਜੋ ਜਾਣਕਾਰੀ ਇਕੱਤਰ ਕੀਤੀ ਗਈ ਜਾਂ ਰੇਡ ਮਾਰੀ ਗਈ, ਉਸ ਤੋਂ ਪਤਾ ਲੱਗਦਾ ਹੈ ਕਿ ਇਸ ਪਟਵਾਰੀ ਦੇ ਘਰੋਂ ਬਹੁਤ ਸਾਰੇ ਵੱਖਰੇ ਵੱਖਰੇ ਨਾਵਾਂ ਤੇ ਜਾਇਦਾਦ ਚੜ੍ਹਾਈ ਦੀਆਂ ਰਜਿਸਟਰੀਆਂ ਜਿਹੜੀਆਂ ਬਰਾਮਦ ਹੋਈਆਂ ਨੇ। ਹੁਣ ਜਦੋਂ ਕੋਈ ਰਜਿਸਟਰੀ ਕਰਵਾਉਂਦਾ ਹੈ, ਕੋਈ ਜ਼ਮੀਨ ਜਾਂ ਕੋਈ ਪ੍ਰਾਪਰਟੀ ਖਰੀਦਦਾ ਹੈ ਤੇ ਉਸ ਦੀ ਰਜਿਸਟਰੀ ਆਪਣੇ ਕੋਲ ਰੱਖਦਾ ਹੈ। ਤੇ ਹੁਣ ਜੇ ਉਸ ਦੇ ਵੱਖਰੇ ਵੱਖਰੇ ਲੋਕਾਂ ਦੇ ਨਾਵਾਂ ਦੀਆਂ ਰਜਿਸਟਰੀਆਂ ਨੇ, ਇੰਨੀਆਂ ਵੱਡੀਆਂ ਗਿਣਤੀ ਦੇ ਵਿੱਚ ਹਨ, ਪੁਰਾਣੀਆਂ ਨੇ ਰਜਿਸਟਰੀਆਂ ਜਿਨ੍ਹਾਂ ਦੇ ਇੰਤਕਾਲ ਦਰਜ ਹੋ ਚੁੱਕਿਆ, ਸਭ ਕੁਝ ਹੋ ਚੁੱਕਾ ਹੈ, ਸਰਕਾਰੀ ਤੇ ਸਮਾਨ ਨਹੀਂ ਹੈ ਉਹ, ਤੇ ਫਿਰ ਉਹ ਪਟਵਾਰੀ ਸਾਹਿਬ ਦੇ ਕੋਲ ਕਿਉਂ ਨੇ? ਨਗਦੀ ਵੀ ਬਰਾਮਦ ਹੁੰਦੀ ਹੈ ਤੇ ਬੈਂਕ ਖਾਤੇ ਦੇ ਵਿੱਚ ਲੱਖਾਂ ਰੁਪਏ ਹੋਣ ਦੇ ਬਾਵਜੂਦ ਵੀ ਪਟਵਾਰੀ ਸਾਹਿਬ ਤੇ ਇੱਕ ਸਭ ਤੋਂ ਵੱਡਾ ਇੰਟਰਸਟਿੰਗ ਇਲਜ਼ਾਮ ਜਿਹੜਾ ਸਰਕਾਰ ਨੇ ਵਿਜੀਲੈਂਸ ਡਿਪਾਰਟਮੈਂਟ ਨੇ ਲਾਇਆ ਉਹ ਇਹ ਹੈ ਕਿ ਪਟਵਾਰੀ ਸਾਹਿਬ ਨੰਬਰਦਾਰ ਵੀ ਨੇ। ਨੰਬਰਦਾਰ ਇੱਕ ਪਬਲਿਕ ਸਰਵੈਂਟ ਦਾ ਅਹੁਦਾ ਹੈ ਜਿਸ ਨੂੰ ਭਾਵੇਂ ਥੋੜੀ ਸਹੀ ਪਰ ਇੱਕ ਤਨਖਾਹ ਵੀ ਮਿਲਦੀ ਹੈ, ਫਿਕਸ ਤਨਖਾਹ ਹੁੰਦੀ ਹੈ। ਉਹ ਉਸ ਨੂੰ ਵੱਖਰੇ ਵੱਖਰੇ ਨੰਬਰਦਾਰ ਜਿਹੜੇ ਨੇ ਉਹ ਲੈਂਦੇ ਨੇ। ਉਹ ਲੈ ਕੇ ਫਿਰ ਸਰਕਾਰੀ ਪਬਲਿਕ ਸਰਵੈਂਟ ਹੋਣ ਦੀ ਅਥਾਰਟੀ ਵੀ ਉਹਨਾਂ ਦੇ ਕੋਲ ਆਉਂਦੀ ਹੈ, ਇੱਕ ਸਟੈਂਪ ਵੀ ਮਿਲਦੀ ਹੈ, ਸਰਟੀਫਿਕੇਟ ਵਗੈਰਾ ਹੁੰਦਾ, ਸਭ ਕੁਝ ਹੁੰਦਾ। ਫਿਰ ਉਹ ਕਿਸੇ ਦੇ ਡਾਕੂਮੈਂਟ ਅਟੈਸਟ ਕਰ ਸਕਦੇ ਨੇ। ਨੰਬਰਦਾਰ ਦੀ ਆਪਣੀ ਇੱਕ ਅਥਾਰਟੀ, ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਜੇ ਤੁਸੀਂ ਕੋਈ ਹੋਰ ਨੌਕਰੀ ਹਾਸਲ ਕਰਨੀ ਹੋਵੇ ਜਾਂ ਕਿਸੇ ਸਰਕਾਰੀ ਅਹੁਦੇ ਵਾਸਤੇ ਜਾਂ ਪਿੰਡ ਦੇ ਪੰਚ ਵਾਸਤੇ, ਸਰਪੰਚ ਵਾਸਤੇ ਇਲੈਕਸ਼ਨ ਦੇ ਵਿੱਚ ਖੜੇ ਹੋਣਾ ਹੋਵੇ ਤੇ ਫਿਰ ਤੁਹਾਨੂੰ ਨੰਬਰਦਾਰੀ ਦਾ ਅਹੁਦਾ ਛੱਡਣਾ ਪੈਂਦਾ। ਤੁਸੀਂ ਨੰਬਰਦਾਰ ਹੁੰਦਿਆਂ ਹੋਇਆਂ ਹੋਰ ਇਲੈਕਸ਼ਨ ਜੇ ਲੜਦੇ ਹੋ ਤਾਂ ਤੁਹਾਨੂੰ ਇੱਕ ਅਹੁਦਾ ਛੱਡਣਾ ਪਏਗਾ। ਹੁਣ ਇਹ ਗੱਲ ਹੈ, ਪਟਵਾਰੀ ਇੱਕ ਪਾਸੇ ਸਰਕਾਰੀ ਤਨਖਾਹ ਲੈ ਰਹੇ ਨੇ ਪਟਵਾਰੀ ਸਾਹਿਬ, ਦੂਸਰੇ ਪਾਸੇ ਵਿਜੀਲੈਂਸ ਦੇ ਡਿਪਾਰਟਮੈਂਟ ਮੁਤਾਬਕ ਉਹ ਨੰਬਰਦਾਰ ਵਜੋਂ 2 ਲੱਖ ਰੁਪਏ ਦੇ ਮਾਣ ਭੱਤੇ ਵੀ ਹਾਸਲ ਕਰ ਸਕੇ ਨੇ। ਤਨਖਾਹ ਨਹੀਂ ਹੁੰਦੀ ਨੰਬਰਦਾਰ ਦੀ, ਮਾਣ ਭੱਤਾ ਜਿਹਾ ਹੁੰਦਾ, ਜ਼ਿਆਦਾ ਨਹੀਂ ਹੁੰਦਾ, ਪਰ 2 ਲੱਖ ਰੁਪਏ ਉਹਦੇ ਹਾਸਲ ਕਰ ਲੈਣੇ ਮਾਲ ਵਿਭਾਗ ਦੇ ਨਿਯਮਾਂ ਬਾਰੇ ਜਾਣਦੇ ਹੋਏ। ਇਹ ਬਹੁਤ ਮਾੜੀ ਗੱਲ ਹੈ ਆਪਣੇ ਆਪ ਦੇ ਵਿੱਚ। ਪਰ ਸਰਕਾਰ ਨੇ ਅਜੇ ਤੱਕ ਇਸ ਮਾਮਲੇ ਤੇ ਸਟੈਂਡ ਲਿਆ ਹੋਇਆ ਤੇ ਲੰਬੀ ਸਮੂਹਿਕ ਛੁੱਟੀ ਤੇ ਸਟਾਫ ਜਿਹੜਾ ਗਿਆ ਹੋਇਆ, ਇਸ ਨਾਲ ਖੱਜਲ ਖੁਆਰੀ ਕਾਫੀ ਵਧੀ ਹੈ ਜੀ। ਪਰ ਮੈਂ ਸਮਝਦਾ ਕਿ ਸਰਕਾਰ ਨੂੰ ਇੱਕ ਪ੍ਰੈਸੀਡੈਂਟ ਸੈੱਟ ਕਰਨਾ ਪਏਗਾ ਤੇ ਜਿਹੜੀਆਂ ਸਾਡੀਆਂ ਯੂਨੀਅਨਸ ਨੇ, ਜੀ ਸਦਕੇ ਉਹਨਾਂ ਨਾਲ ਕਿਤੇ ਧੱਕਾ ਹੁੰਦਾ, ਵਾਕਿਆ ਜਦੋਂ ਧੱਕਾ ਹੁੰਦਾ ਤੇ ਫਿਰ ਉਹ ਹੱਕਦਾਰ ਨੇ ਇਸ ਗੱਲ ਦੇ ਕਿ ਉਹ ਪ੍ਰੋਟੈਸਟ ਕਰ ਸਕਦੇ ਨੇ। ਕਾਨੂੰਨ ਨੇ, ਸੰਵਿਧਾਨ ਨੇ ਉਹਨਾਂ ਨੂੰ ਹੱਕ ਦਿੱਤੇ ਹੋਏ ਨੇ। ਪਰ ਸਰਕਾਰ ਪਿੱਛੇ ਹਟਣ ਦੇ ਰੌਂਆਂ ਵਿੱਚ ਜਾਪਦੀ ਨਹੀਂ ਹੈ। ਹੋ ਸਕਦਾ ਹੈ ਕੋਈ ਵੱਡੀ ਕਾਰਵਾਈ ਵੀ ਹੋ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ, ਪਰ ਜੇ ਵਿਜੀਲੈਂਸ ਡਿਪਾਰਟਮੈਂਟ ਦੁਆਰਾ ਲਗਾਏ ਗਏ ਇਲਜ਼ਾਮ ਸੱਚ ਨੇ ਤਾਂ ਫਿਰ ਬਹੁਤ ਮਾੜੀ ਗੱਲ ਹੈ। ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ।
ਔਰ ਜਾਇਦਾਦਾਂ ਦੀ ਸਭ ਨੂੰ ਪਤਾ ਹੈ ਕਿ ਮੈਂ ਸਾਰਿਆਂ ਤੇ ਨਹੀਂ ਇਲਜ਼ਾਮ ਲਾਉਂਦਾ, ਪਰ ਇਹ ਆਮ ਤੌਰ ਤੇ ਕਹਿ ਦਿੱਤਾ ਜਾਂਦਾ ਹੈ ਕਿ ਪਟਵਾਰੀ ਦੀ ਨੌਕਰੀ ਲੈਣ ਲਈ ਵੱਡੇ ਵੱਡੇ ਥੱਬੇ ਜਿਹੜੇ ਨੇ ਉਹ ਖਰਚੇ ਜਾਂਦੇ ਨੇ, ਕਿਉਂਕਿ ਤਨਖਾਹ ਦਾ ਲਾਲਚ ਕੋਈ ਨਹੀਂ ਹੁੰਦਾ ਤੇ ਪਟਵਾਰੀਆਂ ਨੂੰ ਹੋਰ ਇਨਸੈਂਟਿਵ ਆਸੇ-ਪਾਸਿਓਂ ਬੜੇ ਮਿਲ ਜਾਂਦੇ ਨੇ। ਉਸ ਚੀਜ਼ ਦਾ ਖਿਆਲ ਕਰਦੇ ਹੋਏ ਇਸ ਮਹਿਕਮੇ ਨੂੰ ਦਰੁਸਤ ਕਰਨ ਦੀ ਲੋੜ ਹੈ, ਪਰ ਨਾਲ ਦੀ ਨਾਲ ਸਰਕਾਰ ਵਾਸਤੇ ਵੀ ਇੱਕ ਸਲਾਹ ਹੈ। ਬਹੁਤ ਸਾਰੀਆਂ ਪਟਵਾਰੀਆਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ, ਭਰਤੀ ਸ਼ੁਰੂ ਕਰਕੇ ਫਿਰ ਰੋਕ ਦਿੱਤੀ ਜਾਂਦੀ ਹੈ ਤੇ ਬਹੁਤ ਜ਼ਿਆਦਾ ਬੋਝ ਹੈ ਪਟਵਾਰੀ ਦੇ ਉੱਪਰ ਕੰਮ ਦਾ, ਉਹ ਉਹਨਾਂ ਤੋਂ ਘੱਟ ਕਰਨਾ ਚਾਹੀਦਾ। ਉਹਨਾਂ ਨੂੰ ਵਧੀਆ ਆਫਿਸ ਵੀ ਬਣਾ ਕੇ ਦੇਣੇ ਚਾਹੀਦੇ ਨੇ, ਜਿਹੜੇ ਮਿਲੇ ਵੀ ਨੇ ਕੁਛ, ਜੇ ਸਾਰਿਆਂ ਨੂੰ ਨਹੀਂ ਮਿਲੇ ਤੇ ਉਹਨਾਂ ਨੂੰ ਕੰਮ ਪ੍ਰੋਪਰ ਦਿੱਤਾ ਜਾਵੇ, ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ। ਤੇ ਪਰ ਪਟਵਾਰ ਯੂਨੀਅਨ ਜਿਹੜੀ ਹੈ ਉਹ ਜ਼ਿਆਦਾ ਤਰਕ ਦੇ ਆਧਾਰ ਤੇ ਗੱਲ ਕਰੇ ਤੇ ਫਿਰ ਹੋਵੇਗਾ। ਜੇ ਸਰਕਾਰ ਇਸ ਮਾਮਲੇ ਵਿੱਚ ਢਿੱਲੀ ਪੈ ਕੇ ਤੇ ਜੋ ਮੰਗ ਕਰ ਰਹੀ ਹੈ ਯੂਨੀਅਨ ਕਿ ਕੇਸ ਵਾਪਸ ਲਿਆ ਜਾਵੇ, ਮੈਨੂੰ ਨਹੀਂ ਲੱਗਦਾ ਕੇਸ ਇਸ ਤਰ੍ਹਾਂ ਵਾਪਸ ਹੋਣ ਵਾਲਾ ਹੈ। ਜੇ ਵਾਪਸ ਲਿਆ ਜਾਂਦਾ ਤਾਂ ਫਿਰ ਡਿਪਾਰਟਮੈਂਟ ਦੇ ਕੀ ਰਹਿ ਜਾਂਦਾ ਪੱਲੇ, ਇਹ ਸਾਰਾ ਕੁਝ ਉਹਨਾਂ ਨੂੰ ਸੋਚਣਾ ਪਏਗਾ। ਅਜੇ ਤੱਕ ਸਰਕਾਰ ਡਟੀ ਹੋਈ ਹੈ। ਜੀ ਕੁਲਦੀਪ ਜੀ, ਗੁਰਬਾਣੀ ਦੀ ਹੋ ਰਹੀ ਵਪਾਰਕ ਵਰਤੋਂ ਦੀ ਗੱਲ ਕਰਦੇ ਆ, ਕਈ ਐਪਸ ਨੇ ਜਿਨ੍ਹਾਂ ਦੇ ਜ਼ਰੀਏ ਸਿੱਖ ਸੰਗਤ ਜਿਹੜੀ ਹੈ ਉਹ ਪਾਠ ਸੁਣਦੀ ਵੀ ਹੈ, ਕਰਦੀ ਵੀ ਹੈ, ਪੜ੍ਹਦੀ ਵੀ ਹੈ, ਤੇ ਉਹਦੇ ਵਿੱਚ ਕਈ ਊਣਤਾਈਆਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ। ਤੇ ਸਵਾਲ ਮੇਰਾ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਕੀ ਕਾਰਵਾਈ ਕੀਤੀ ਹੈ ਉਹਨਾਂ ਦੇ ਖਿਲਾਫ? ਸ਼੍ਰੋਮਣੀ ਕਮੇਟੀ ਨੇ ਸ਼ਿਕਾਇਤਾਂ ਦੇ ਆਧਾਰ ਤੇ ਵੱਖ-ਵੱਖ 21 ਐਪਸ, ਹੁਣ ਐਪ ਜਿਹੜਾ ਫੋਨ ਦੇ ਉੱਪਰ, ਸਮਾਰਟਫੋਨਸ ਦੇ ਉੱਪਰ 2-3 ਤਰ੍ਹਾਂ ਦੇ ਸਿਸਟਮ ਦੁਨੀਆ ਵਿੱਚ ਚੱਲਦੇ ਨੇ, ਉਹਨਾਂ ਵਿੱਚ ਬਣਾਏ ਗਏ ਐਪਸ ਨੇ ਕਿ ਇੱਕ ਸ਼ਾਰਟਕਟ ਹੁੰਦੀ ਹੈ, ਵੈਬ ਪੇਜ ਤੇ ਨਾ ਜਾਣਾ ਤਾਂ ਤੁਸੀਂ ਐਪ ਤੇ ਜਾਓ, ਤੁਹਾਨੂੰ ਸਾਰਾ ਕੁਝ ਉੱਥੋਂ ਇਨਫੋਰਮੇਸ਼ਨ ਜਿਹੜੀ ਮਿਲ ਜਾਂਦੀ ਹੈ ਜੀ। ਕੋਈ 21 ਐਪਸ ਜਾਂ ਵੈਬ ਪੇਜਸ ਦੇ ਉੱਪਰ ਸ਼੍ਰੋਮਣੀ ਕਮੇਟੀ ਨੇ ਜਿਹੜਾ ਆਪਣਾ ਇਤਰਾਜ਼ ਪ੍ਰਗਟ ਕੀਤਾ। ਕਾਰਵਾਈ ਅਜੇ ਤੱਕ ਕੋਈ ਨਹੀਂ ਹੋਈ। ਕਾਰਵਾਈ ਜਿਹੜੀ ਹੈ ਉਹ ਸਾਈਬਰ ਡਿਪਾਰਟਮੈਂਟ ਕਰੇਗਾ ਜਾਂ ਸਰਕਾਰ ਕਰੇਗੀ, ਕਿਉਂਕਿ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ। ਪਰ ਕੀ ਸ਼੍ਰੋਮਣੀ ਕਮੇਟੀ ਇਸ ਮਾਮਲੇ ਤੋਂ ਆਪਣੇ ਆਪ ਨੂੰ ਪੂਰਨ ਤੌਰ ਤੇ ਮੁਕਤ ਕਰ ਸਕਦੀ ਹੈ? ਆਓ ਜਰਾ ਇਹਦੇ ਤੇ ਵਿਚਾਰ ਕਰਦੇ ਹਾਂ। 21 ਐਪਸ ਜਿਹੜੀਆਂ ਨੇ ਵੱਖਰੀਆਂ ਆਈਡੈਂਟੀਫਾਈ ਹੋਈਆਂ ਸ਼ਿਕਾਇਤ ਦੇ ਆਧਾਰ ਤੇ ਉਹਨਾਂ ਤੇ ਇਲਜ਼ਾਮ ਇਹ ਹੈ ਕਿ ਇੱਥੇ ਗੁਰਬਾਣੀ ਦੀਆਂ ਲਗਾਮਾਤਰਾਂ, ਗੁਰਬਾਣੀ ਦੇ ਲਫ਼ਜ਼ ਜਿਹੜੇ ਲਿਖੇ ਗਏ ਨੇ, ਉਹ ਸ਼ਬਦ ਜਿਹੜੇ ਨੇ ਉਹਨਾਂ ਦੇ ਵਿੱਚ ਸ਼ਬਦ ਜੋੜ ਦੀ ਵੀ ਗਲਤੀ ਹੈ, ਲਗਾਮਾਤਰਾਂ ਦੀ ਵੀ, ਤੇ ਹੋਰ ਬਹੁਤ ਸਾਰੇ ਹਿੰਸਿਆਂ ਦੀ ਵੀ ਗਲਤੀ ਹੈ ਜੀ। ਹੁਣ ਇਹ ਗਲਤੀ ਆਇਡੈਂਟੀਫਾਈ ਹੋਈ ਹੈ ਜਾਂ ਅਰਥ ਹੋਰ ਲਿਖੇ ਗਏ ਹੋਣਗੇ ਤੇ ਗੁਰਬਾਣੀ ਨੂੰ ਵਪਾਰਕ ਹਿੱਤਾਂ ਲਈ ਵਰਤਣ ਦਾ ਵੀ ਇਲਜ਼ਾਮ ਲੱਗਾ ਕਿ ਗੁਟਕਾ ਸਾਹਿਬ ਜੇਕਰ ਕੋਈ ਕਈ ਛਾਪੇ ਗਏ ਨੇ ਜਿਸ ਵਿੱਚ ਕੰਪਨੀ ਨੇ ਗੁਟਕਾ ਸਾਹਿਬ ਹੈ, ਜਪਜੀ ਸਾਹਿਬ ਦਾ ਹੈ ਜਾਂ ਕੋਈ ਕਿਸੇ ਹੋਰ ਬਾਣੀ ਦਾ ਹੈ, ਉਸ ਨੂੰ ਨਾਲ ਉਸ ਦੇ ਜਿਹੜਾ ਹੈ ਉਹ ਆਪਣੀ ਐਡਵਰਟਾਈਜ਼ਮੈਂਟ ਛਾਪੀ ਹੋਈ ਹੈ ਜੋ ਕਿ ਗੁਰਬਾਣੀ ਨੂੰ ਵਪਾਰਕ ਹਿੱਤਾਂ ਖਾਤਰ ਵੇਚਣ ਦਾ ਦੋਸ਼ ਹੈ। ਹੁਣ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਕਿਵੇਂ ਹੁੰਦੀ ਹੈ? ਇਹ ਕਿਹਾ ਜਾਂਦਾ ਹੈ ਕਿ ਜਦੋਂ ਤੋਂ ਨਿਯਮ ਬਣੇ ਨੇ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦੇ ਬਾਰੇ ਤੇ ਗੁਟਕਾ ਸਾਹਿਬ ਦੀ ਛਪਾਈ ਦੇ ਬਾਰੇ, ਉਸ ਤੋਂ ਬਾਅਦ ਅਪ ਟੂ ਡੇਟ ਰਹਿੰਦੇ ਹੋਏ ਡਿਜੀਟਲ ਯੁੱਗ ਦੇ ਵਿੱਚ ਪ੍ਰਵੇਸ਼ ਕਰਨ ਹਿੱਤ ਕੋਈ ਵੀ ਡਿਜੀਟਲ ਮੀਡੀਆ ਵਾਸਤੇ ਨਿਯਮ ਨਹੀਂ ਬਣਾਏਗਾ। ਉਹ ਪਹਿਲੇ ਨਿਯਮ ਜਿਹੜੇ ਨੇ ਉਹ ਛਪਾਈ ਵਾਸਤੇ ਨੇ ਕਿ ਇਸ ਤਰ੍ਹਾਂ ਛਪਾਈ ਹੋਣੀ ਚਾਹੀਦੀ ਹੈ, ਆਹ ਨਿਯਮ ਹੋਣੇ ਚਾਹੀਦੇ ਨੇ, ਉਹ ਬਾਰੇ ਕੁਝ ਆਖਿਆ ਜਾਂਦਾ ਹੈ, ਪਰ ਡਿਜੀਟਲ ਵਾਸਤੇ ਕੁਝ ਨਹੀਂ ਹੈ। ਹੁਣ ਨਤੀਜਾ ਕੀ ਹੋਇਆ? ਜਾਂ ਤੇ ਨਿਯਮ ਨਹੀਂ ਵੀ ਸੀ ਬਣਾਇਆ ਤੇ ਸ਼੍ਰੋਮਣੀ ਕਮੇਟੀ ਜਾਂ ਤੇ ਜਿਹੜੀ ਅੱਜ ਐਪਸ ਜਾਂ ਵੈਬ ਪੇਜਸ ਤੇ ਪਾਬੰਦੀ ਲਾਉਣ ਦੀ ਗੱਲ ਕਰ ਰਹੀ ਹੈ। ਪਹਿਲਾ ਸਵਾਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਆਪਣੀ ਐਪ ਜਾਂ ਵੈਬ ਪੇਜ ਪ੍ਰੋਪਰ ਜਿਹੜਾ ਹੈ ਗੁਰਬਾਣੀ ਦੇ ਹਵਾਲੇ ਨਾਲ, ਸ਼੍ਰੋਮਣੀ ਕਮੇਟੀ ਦਾ ਵੈਬ ਪੇਜ ਹੈਗਾ ਵੈਸੇ, ਐਪ ਮੈਨੂੰ ਨਹੀਂ ਲੱਭੀ, ਇਹ ਤੁਹਾਨੂੰ ਮਿਲੀ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ, ਉਹ ਪ੍ਰੋਪਰ ਕਿਉਂ ਨਹੀਂ ਬਣਾਇਆ ਜਿਸ ਨੂੰ ਲੋਕ ਅਥੈਂਟਿਕ ਸਮਝਣ ਕਿ ਆਹ ਸਹੀ ਹੈ ਭਾਈ, ਆਹ ਦੇਖੋ, ਆਹ ਨਹੀਂ ਕੋਈ ਥਰਡ ਪਾਰਟੀ ਜਾਂ ਫੋਰਥ ਪਾਰਟੀ ਜਾਂ ਜਿਹੜੀਆਂ ਹੋਰ ਵੀ ਐਪਸ ਨੇ ਉਹ ਨਹੀਂ ਹੈ, ਸਾਨੂੰ ਆਹ ਠੀਕ ਹੈ, ਅਸੀਂ ਕਿਸੇ ਚੀਜ਼ ਦਾ ਪ੍ਰਮਾਣਿਕ ਸਬੂਤ ਚਾਹੀਦਾ ਤੇ ਆਹ ਠੀਕ ਹੈ, ਇੱਥੋਂ ਦੇਖੋ। ਹੁਣ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ, ਮੈਂ ਉਹ ਗੱਲ ਕਰਦਾ ਕਿ ਜਦੋਂ ਹੱਥ ਲਿਖਤ ਬੀੜਾਂ ਹੁੰਦੀਆਂ ਸੀ, ਸਰੂਪ ਹੁੰਦੇ ਸੀ ਗੁਰੂ ਗ੍ਰੰਥ ਸਾਹਿਬ ਦੇ, ਤੇ ਉਸ ਤੋਂ ਬਾਅਦ ਜਦੋਂ ਛਪਾਈ ਸ਼ੁਰੂ ਹੁੰਦੀ ਹੈ ਤਾਂ ਫਿਰ ਮਾਹਿਰਾਂ ਦੀ ਕਮੇਟੀ ਬਣਦੀ ਹੈ, ਸਭ ਕੁਝ ਹੈ, ਤੇ ਉਸ ਵਿੱਚ ਦੁਰਸਤੀਆਂ ਕੀਤੀਆਂ ਜਾਂਦੀਆਂ ਨੇ, ਗਲਤੀਆਂ ਨੂੰ ਬਾਰ-ਬਾਰ ਦੁਰਸਤ ਕੀਤਾ ਜਾਂਦਾ। ਪਹਿਲਾਂ ਛਾਪੇ ਦਾ ਕੰਮ ਵੀ ਔਖਾ ਸੀ, ਹੁਣ ਸੌਖਾ ਹੋ ਗਿਆ, ਪਰ ਉਸ ਮਾਮਲੇ ਦੇ ਵਿੱਚ ਕੁਝ ਕੰਮ ਤੇ ਹੋਇਆ, ਨਿਯਮ ਤੇ ਬਣੇ ਸੀ ਨਾ, ਉਸ ਬਾਰੇ ਵੀ ਬਹੁਤ ਸਾਰੇ ਲੋਕਾਂ ਦਾ ਕਿੰਤੂ ਪਰੰਤੂ ਹੈ। ਧਰਮਿੰਦਰ ਆਨੰਦ ਜਿਸ ਨੂੰ ਤਨਖਾਹੀਆ ਕਰਾਰ ਦਿੱਤਾ, ਜਿਸ ਤੇ ਦੋਸ਼ ਹੈ ਕਿ USA ਵਿੱਚ ਰਹਿੰਦਾ ਹੈ ਵਿਅਕਤੀ ਤੇ ਉਸਨੇ ਜਿਹੜਾ ਹੈ ਗੁਰਬਾਣੀ ਨੂੰ ਤੋੜ ਮਰੋੜ ਕੇ ਲਿਖਿਆ ਜਾਂ ਲਗਾ ਮਾਤਰਾ ਜਾਂ ਹੋਰ ਹਿੰਸਿਆਂ ਦੇ ਵਿੱਚ ਫਰਕ ਪਾ ਦਿੱਤਾ ਹੈ, ਤੇ ਉਹ ਵੀ ਇਹ ਕਹਿੰਦਾ ਹੈ ਕਿ ਦੇਖੋ ਜਦੋਂ ਪਹਿਲਾਂ ਕੁਝ ਮਾਹਿਰਾਂ ਨੇ ਕਿਹਾ ਸੀ ਕਿ ਜਦੋਂ ਛਪਾਈ ਵਾਲੇ ਸਰੂਪ ਆਉਣ ਲੱਗੇ ਨੇ ਤੇ ਉਸ ਵਿੱਚ ਹੀ 4000 ਤੋਂ ਵੱਧ ਗਲਤੀਆਂ ਨੇ, ਉਹਨਾਂ ਨੂੰ ਠੀਕ ਕਰੋ, ਉਹ ਕਿਉਂ ਨਹੀਂ ਕੀਤੀਆਂ ਗਈਆਂ? ਕਿਹੜੀ ਕਮੇਟੀ ਨੇ ਉਦੋਂ ਫੈਸਲੇ ਲਏ ਸੀ ਤੇ ਚੈੱਕ ਕੀਤਾ ਸੀ, ਉਹਨਾਂ ਦੀ ਸੂਚੀ ਕਿਉਂ ਨਹੀਂ ਜਾਰੀ ਕੀਤੀ ਜਾਂਦੀ? ਪਰ ਉਹ ਰੌਲਾ ਪਿਆ ਹੋਇਆ ਵੱਖਰਾ ਮਸਲਾ ਹੈ। ਹੁਣ ਮੈਂ ਗੱਲ ਕਰਦਾ
ਕਿ ਜੇ ਸ਼੍ਰੋਮਣੀ ਕਮੇਟੀ ਨੇ ਆਪਣੇ ਆਪ ਨੂੰ ਅਪ ਟੂ ਡੇਟ ਨਹੀਂ ਰੱਖਿਆ ਤੇ ਫਿਰ ਕਿਸੇ ਨੇ ਤਾਂ ਕੰਮ ਕਰਨਾ ਸੀ ਥਰਡ ਪਾਰਟੀ ਐਪਸ ਬਣਾਉਣ ਵਾਲਾ। ਗੱਲ ਇਹ ਹੈ ਸੰਗਤ ਨੂੰ ਇਨਫੋਰਮੇਸ਼ਨ ਚਾਹੀਦੀ ਹੈ। ਜੇ ਅਸੀਂ ਬਦਲਦੇ ਯੁੱਗ ਦੇ ਨਾਲ, ਇਹ ਵੀ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਡਿਜੀਟਲ ਮੀਡੀਆ ਦੇ ਵਿੱਚ ਕਈਆਂ ਦੇ ਵਿਚਾਰ ਨੇ ਕਿ ਗੁਰਬਾਣੀ ਇਸ ਤਰ੍ਹਾਂ ਨਹੀਂ ਜਿਹੜੀ ਹੈ ਉਹ ਆਉਣੀ ਚਾਹੀਦੀ ਫੋਨ ਦੇ ਵਿੱਚ ਜਾਂ ਕਿਸੇ ਹੋਰ ਚੀਜ਼ ਦੇ ਵਿੱਚ। ਪਰ ਜੇ ਇਹੋ ਗੱਲ ਹੈ ਅਸੀਂ ਬਦਲਦੇ ਯੁੱਗ ਦੇ ਹਿਸਾਬ ਦੇ ਨਾਲ ਗੁਰਬਾਣੀ ਦੇ ਪ੍ਰਸਾਰਨ ਦਾ ਵੀ ਕੰਮ ਸ਼ੁਰੂ ਕਰ ਲਿਆ ਤੇ ਸ਼੍ਰੋਮਣੀ ਕਮੇਟੀ ਜਿਹੜੇ ਕਹਿੰਦੇ ਸੀ 2 ਹਫ਼ਤਿਆਂ ਦੇ ਵਿੱਚ YouTube ਦਾ ਚੈਨਲ ਸ਼ੁਰੂ ਕਰ ਦੇਣਾ, ਉਹ ਅਜੇ ਤੱਕ ਕੋਈ ਖਰੜਾ ਵੀ ਨਹੀਂ ਦੇ ਸਕੇ। ਹੁਣ ਬਦਲਦੇ ਯੁੱਗ ਦੇ ਨਾਲ ਜੇ ਅਸੀਂ ਉਹ ਤਿਆਰੀਆਂ ਕਰ ਰਹੇ ਹਾਂ ਤੇ ਫਿਰ ਇਹ ਐਪ ਵਾਲੀ ਤਿਆਰੀ ਕਿਉਂ ਨਾ ਕੀਤੀ ਗਈ? ਗੁਰਬਾਣੀ ਪ੍ਰੋਪਰ ਡਿਜੀਟਲ ਤਰੀਕੇ ਨਾਲ ਜੇ ਕਿਸੇ ਨੂੰ ਦੇਣੀ ਸੀ ਜਾਂ ਉਹਦੇ ਨਿਯਮ ਬਣਾਉਣੇ ਸੀ, ਉਹ ਕਿਉਂ ਨਾ ਦਿੱਤੀ ਗਈ? ਹੁਣ ਇੱਕ ਚੀਜ਼ ਹੈ, ਜਦੋਂ ਕਿਤੇ ਜਾਣ ਵਾਸਤੇ ਕੋਈ ਸਰਕਾਰੀ ਸਾਧਨ ਨਾ ਹੋਵੇ ਤੇ ਫਿਰ ਕੋਈ ਆਪਣਾ ਸਾਧਨ ਬਣਾ ਲਵੇ ਤਾਂ ਫਿਰ ਸਾਨੂੰ ਉਸੇ ਤੇ ਡਿਪੈਂਡ ਕਰਨਾ ਪੈਂਦਾ ਹੈ। ਹੁਣ ਸੰਗਤ ਤੱਕ ਜੇ ਇਹਨਾਂ ਐਪਸ ਦੇ ਨਾਲ ਗਲਤ ਜਾਣਕਾਰੀ, ਸ਼ਬਦ ਜੋੜ ਅੱਖਰਾਂ ਦੀ ਗਲਤੀ, ਵਿਆਕਰਣ ਗਲਤੀਆਂ ਉਹ ਆ ਰਹੀਆਂ ਨੇ ਤੇ ਫਿਰ ਕਸੂਰ ਕਿਹਦਾ? ਇਹ ਤਾਂ ਉਸੇ ਅਥਾਰਟੀ ਦਾ ਹੋਇਆ ਜਿਨ੍ਹਾਂ ਨੇ ਅੱਜ ਤੱਕ ਪ੍ਰੋਪਰ ਚੀਜ਼ ਕੋਈ ਦਿੱਤੀ ਨਾ। ਸ਼੍ਰੋਮਣੀ ਕਮੇਟੀ ਇੰਨੀ ਵੱਡੀ ਅਥਾਰਟੀ ਹੋਣ ਦੇ ਬਾਵਜੂਦ ਜਿਹੜੀ ਹੈ ਉਹ ਉਹਨਾਂ ਨੇ ਕੋਈ ਪ੍ਰੋਪਰ ਅੱਜ ਤੱਕ ਨਿਯਮ ਨਹੀਂ ਬਣਾਇਆ ਤੇ ਇਸ ਵਾਸਤੇ ਹੋਰ ਕੋਈ ਕਸੂਰਵਾਰ ਨਹੀਂ ਹੈ, ਸੰਬੰਧਿਤ ਅਥਾਰਟੀ ਹੀ ਜ਼ਿੰਮੇਵਾਰ ਹੈ। ਜੇ ਇਹਨਾਂ ਐਪਸ ਤੇ ਪਾਬੰਦੀ ਲਾਉਣ ਦੀ ਗੱਲ ਜਿਹੜੀ ਹੈ ਅੱਜ ਹੋ ਰਹੀ ਹੈ, ਲਿਸਟ ਦੇ ਦਿੱਤੀ ਹੈ, ਉਹਨਾਂ ਨੂੰ ਕਹਿਤਾ ਕਿ ਤੁਸੀਂ ਆਪਣਾ ਠੀਕ ਕਰ ਲਓ ਫਲਾਣਾ ਤਰੀਕ ਤੱਕ ਨਹੀਂ ਤੇ ਕਾਰਵਾਈ ਹੋਵੇਗੀ, ਤੇ ਨਾਲ ਇਹ ਤਾਂ ਕਿਤੇ ਨਹੀਂ ਦੱਸਿਆ ਗਿਆ ਕਿ ਅਸੀਂ ਆਪਣੀ ਐਪ ਵੀ ਬਣਾ ਰਹੇ ਹਾਂ ਜਾਂ ਨਿਯਮ ਬਣਾਏ ਜਾਣਗੇ। ਇਹ ਤਾਂ ਜਾਣਕਾਰੀ ਦਿੱਤੀ ਨਹੀਂ। ਪਰ ਇਹ ਜਾਣਕਾਰੀ ਜਿੰਨੀ ਦੇਰ ਤੱਕ ਨਹੀਂ ਦਿਓਗੇ, ਸੰਗਤ ਤੇ ਆਮ ਲੋਕ ਜੋ ਗੁਰਬਾਣੀ ਪੜ੍ਹਨਾ ਸੁਣਨਾ ਚਾਹੁੰਦੇ ਨੇ ਉਹ ਥਰਡ ਪਾਰਟੀ ਤੇ ਜਿਹੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਉਹਨਾਂ ਤੇ ਡਿਪੈਂਡੈਂਟ ਹੋਣਗੇ। ਫਿਰ ਉਹੀ ਕਾਰਵਾਈ ਵਾਲੀ ਗੱਲ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਮੈਂ ਸਮਝਦਾ ਕਿ ਸ਼੍ਰੋਮਣੀ ਕਮੇਟੀ ਨੂੰ ਅਗਾਂਹ ਹੋ ਕੇ ਚੱਲਣ ਦੀ ਲੋੜ ਹੈ। ਆਪਣਾ ਚੈਨਲ ਅਜੇ ਤੱਕ ਨਹੀਂ ਬਣਾ ਸਕੇ। ਸਰੂਪਾਂ ਦੀ ਛਪਾਈ ਬਾਰੇ ਵਿਦੇਸ਼ਾਂ ਦੇ ਵਿੱਚ ਕੋਈ ਪੱਕਾ ਨਿਯਮ ਅਜੇ ਤੱਕ ਨਹੀਂ ਬਣਿਆ। ਪਿੱਛੇ ਜਿਹੇ ਕਮੇਟੀ ਵੀ ਗਈ ਸੀ, ਉਹਨਾਂ ਤੇ ਦੋਸ਼ ਲੱਗਾ ਕਿ ਕੁਝ ਗਿਣਦੇ ਚੁਣਦੇ ਲੋਕਾਂ ਨੂੰ ਮਿਲ ਕੇ ਉੱਥੋਂ ਆ ਗਏ ਨੇ ਤੇ ਕੋਈ ਠੋਸ ਫੈਸਲਾ ਨਹੀਂ ਲਿਆ ਜਾਂ ਪ੍ਰੋਪਰ ਲੋਕਾਂ ਨੂੰ ਮਿਲੇ ਨਹੀਂ। ਜਦੋਂ ਤੱਕ ਇਹ ਸਾਰੀਆਂ ਗੱਲਾਂ ਦਾ ਜਵਾਬ ਸ਼੍ਰੋਮਣੀ ਕਮੇਟੀ ਜਿਹੜੀਆਂ ਆਪਣੀਆਂ ਊਣਤਾਈਆਂ ਨੇ ਉਹਨਾਂ ਦੇ ਵਿੱਚੋਂ ਊਣਤਾਈਆਂ ਲੱਭ ਕੇ ਤੇ ਉਹਨਾਂ ਦੇ ਕੋਈ ਹੱਲ ਨਹੀਂ ਲੱਭਦੀ, ਤੀਸਰੇ ਨੂੰ ਤਾਂ ਅਸੀਂ ਜਦੋਂ ਮਰਜ਼ੀ ਸਵਾਲ ਕਰ ਲਈਏ ਕਿ ਭਾਈ ਤੂੰ ਆਹ ਨਹੀਂ ਕੀਤਾ, ਤੂੰ ਉਹ ਨਹੀਂ ਕੀਤਾ, ਇਹ ਗੱਲਾਂ ਹੋਣਗੀਆਂ। ਅੱਜ ਵੀ ਕਈ ਵਾਰੀ ਗੱਲ ਹੋ ਜਾਂਦੀ ਹੈ ਕਿ ਬਹੁਤ ਵਾਰੀ ਮੈਂ ਦੇਖਿਆ ਗੁਰਬਾਣੀ ਦੇ ਚੱਲ ਰਹੇ ਪ੍ਰਸਾਰਨ ਦੌਰਾਨ ਕਈ ਵਾਰੀ ਰਾਗੀ ਸਿੰਘ, ਕੀਰਤਨੀ ਜਥੇ ਜਿਹੜੇ ਨੇ ਮਾੜਾ ਮੋਟਾ ਭੁੱਲ ਜਾਂਦੇ ਨੇ। ਇਨਸਾਨ ਅਰਦਾਸ ਇਸੇ ਕਰਕੇ ਕੀਤੀ ਜਾਂਦੀ ਭੁੱਲ ਚੁੱਕ ਦੀ ਖਿਮਾ ਦੀ, ਹੋ ਵੀ ਜਾਂਦਾ ਹੈ, ਕੋਈ ਗੱਲ ਨਹੀਂ, ਪਰ ਭੁੱਲਣਹਾਰ ਹੈ ਇਨਸਾਨ ਹੈ ਅਕਸਰ। ਪਰ ਮੈਂ ਸਮਝਦਾ ਕਿ ਸ਼੍ਰੋਮਣੀ ਕਮੇਟੀ ਨੂੰ ਅੱਗੇ ਹੋ ਕੇ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਆਹ ਗਲਤ ਹੈ ਪਰ ਠੀਕ ਹੀ ਆ, ਉਹ ਆ ਹੈ। ਅਜੇ ਤੱਕ ਆਹ ਆਪਸ਼ਨ ਹੈ ਨਹੀਂ ਸ਼੍ਰੋਮਣੀ ਕਮੇਟੀ ਕੋਲ। ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ, ਸਹੀ ਸਰੂਪ ਕਿੱਥੋਂ ਕਿਹੜੇ ਦੇ ਨਾਲ ਪ੍ਰਮਾਣਕ ਉਸ ਨੂੰ ਕੀਤਾ ਜਾਵੇ, ਉਹ ਪ੍ਰੋਪਰ ਜਾਣਕਾਰੀ ਦੇ ਨਹੀਂ ਸਕੀ। ਇਹ ਆਨਲਾਈਨ ਡਿਜੀਟਲ ਐਡੀਸ਼ਨ ਬਣਾਉਣੇ ਪੈਣਗੇ ਸ਼੍ਰੋਮਣੀ ਕਮੇਟੀ ਨੂੰ ਤੇ ਉਹਨਾਂ ਬਾਰੇ ਦੱਸਣਾ ਪਏਗਾ, ਖੁਦ ਬਣਾਉਣੇ ਪੈਣਗੇ, ਕਿਸੇ ਤੀਸਰੇ ਤੋਂ ਇਨਫੋਰਮੇਸ਼ਨ ਲੈ ਕੇ ਨਹੀਂ। ਵਿਚਾਰ ਚਰਚਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਕਿਸਾਨਾਂ ਨੇ ਕਣਕ ਸਾਂਭ ਲਈ ਹੈ, ਝੋਨੇ ਦੀ ਤਿਆਰੀ ਹੈ ਤੇ ਮਾੜੀ ਗੱਲ ਇਹ ਹੈ ਕਿ ਅੱਗ ਲਾਈ ਹੋਈ ਹੈ ਨਾੜ ਨੂੰ। ਉਹਦੇ ਨਾਲ ਬਹੁਤ ਮੰਦਭਾਗੀਆਂ ਘਟਨਾਵਾਂ ਵੀ ਵਾਪਰੀਆਂ ਨੇ। ਪਿੱਛੇ ਜੇ ਇੱਕ ਬਜ਼ੁਰਗ ਆਪਣੀ ਕਾਰ 'ਚ ਜਾ ਰਹੇ ਸੀ ਤੇ ਕਾਰ ਨੂੰ ਅੱਗ ਲੱਗ ਗਈ ਤੇ ਬਹੁਤੇ ਸਿਆਣੇ ਬਿਆਣੇ ਜਿਹੜੇ ਸੀ ਉਹ ਵੀਡੀਓ ਬਣਾਉਂਦੇ ਰਹੇ ਤੇ ਬਜ਼ੁਰਗ ਨੂੰ ਬਚਾਉਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਜੇ ਕੱਲ੍ਹ ਦੀ ਘਟਨਾ ਦੀ ਗੱਲ ਕਰੀਏ ਤੇ ਇੱਕ ਸਕੂਲ ਵੈਨ ਜਿਹੜੀ ਆ ਉਹ ਅੱਗ ਲੱਗੀ ਹੋਈ ਸੀ, ਡਰਾਈਵਰ ਨੂੰ ਵਿਜ਼ਨ ਕਲੀਅਰ ਨਹੀਂ ਸੀ ਤੇ ਬੱਸ ਜਿਹੜੀ ਸੰਤੁਲਨ ਡਰਾਈਵਰ ਦਾ ਵੀ ਵਿਗੜ ਗਿਆ, ਬੱਸ ਦਾ ਵੀ ਵਿਗੜ ਗਿਆ ਤੇ ਕਾਫੀ ਨੁਕਸਾਨ ਹੋਇਆ। ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਜ਼ਿੰਮੇਵਾਰ ਕੌਣ ਹੈ ਜੀ ਇਹਨਾਂ ਘਟਨਾਵਾਂ ਦੇ ਵਿੱਚ? ਜ਼ਿੰਮੇਵਾਰ ਅਸੀਂ ਸਾਰੇ ਹਾਂ। ਅਸੀਂ ਸਮੱਸਿਆ ਨੂੰ ਉਨੀ ਦੇਰ ਤੱਕ ਬਹੁਤ ਛੋਟਾ ਸਮਝਦੇ ਜਿੰਨੀ ਦੇਰ ਤੱਕ ਸਮੱਸਿਆ ਸਾਡਾ ਬਹੁਤਾ ਵੱਡਾ ਨੁਕਸਾਨ ਨਹੀਂ ਕਰ ਜਾਂਦੀ। ਇੱਕ ਛੋਟੀ ਜਿਹੀ ਉਦਾਹਰਨ ਹੈ ਜੋ ਆਪਣੇ ਨਾਲ ਬੀਤੀ ਹੋਈ, ਮੈਂ ਸਾਂਝੀ ਕਰਨੀ ਚਾਹੁੰਦਾ। ਇੱਕ ਜਗ੍ਹਾ ਤੋਂ ਅਸੀਂ ਕਾਰ ਵਿੱਚ ਗੁਜ਼ਰ ਰਹੇ ਸੀ ਤੇ ਰਸਤੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ। ਕੁਛ ਲੋਕ ਇਕੱਠੇ ਹੋਏ ਸੀ, ਸਕੂਟਰ ਮੋਟਰਸਾਈਕਲ ਵਗੈਰਾ ਦੋ, ਤੇ ਉਤਰ ਕੇ ਸਾਹਿਬ ਨੇ ਪੁੱਛਿਆ ਕਿ ਬਚਾਅ ਹੋ ਗਿਆ? ਉਹ ਕਹਿੰਦੇ ਬਚਾਅ ਹੋ ਗਿਆ, ਬਸ ਲੱਤ ਹੀ ਟੁੱਟੀ ਆ। ਗੱਲ ਇਹ ਹੈ ਕਿ ਅਸੀਂ ਇਹ ਜਿਹੜੀਆਂ ਘਟਨਾਵਾਂ ਨੇ, ਇਸ ਤੋਂ ਪੈਦਾ ਹੋਈ ਸਥਿਤੀ, ਸੱਟ ਫੇਟ, ਪਰ ਇੱਕ ਟਰੋਮਾ ਹੁੰਦਾ ਹੈ। ਅਸੀਂ ਟਰੋਮਾ ਸੈਂਟਰ 'ਤੇ ਬਣੇ ਹੋਣਗੇ, ਦੇਖੇ ਹੋਣਗੇ ਹਸਪਤਾਲਾਂ ਦੇ ਵਿੱਚ,
ਪਰ ਇਹ ਕਿਸੇ ਦੇ ਸਰੀਰ ਤੇ ਕਿਵੇਂ ਅਸਰ ਕਰਦਾ ਹੈ ਤੇ ਉਸਦੇ ਜੀਵਨ ਤੇ ਗਾਂਹ ਵਾਸਤੇ ਕਿਵੇਂ ਅਸਰ ਪਾਉਂਦਾ ਹੈ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਤੁਸੀਂ ਮਿਲਦੇ ਹੋ ਉਹਨਾਂ ਨੂੰ ਪੁੱਛਦੇ ਵੀ ਤੁਹਾਡੇ ਸਰੀਰ ਵਿੱਚ ਸਮੱਸਿਆ ਕਿਉਂ ਆ। ਉਹ ਕਹਿੰਦੇ ਕਿ ਬਚਪਨ ਵਿੱਚ ਮੇਰੇ ਇੱਕ ਵਾਰ ਇਸ ਤਰ੍ਹਾਂ ਦੀ ਸੱਟ ਲੱਗ ਗਈ ਸੀ, ਉਸ ਕਰਕੇ ਇਸ ਤਰ੍ਹਾਂ ਹੋ ਗਿਆ। ਹੁਣ ਜਿਨ੍ਹਾਂ ਬੱਚਿਆਂ ਦੀਆਂ ਤਸਵੀਰਾਂ ਦੇਖੀਆਂ ਨੇ, ਹੌਲ ਪੈਂਦਾ ਦਿਲ ਨੂੰ। ਮਾਸੂਮ ਬੱਚੇ ਥੱਕੇ ਹਾਰੇ ਸਕੂਲੋਂ ਆਪਣੇ ਬੈਗ ਲੈ ਕੇ ਬੱਸ ਵਿੱਚ ਬੈਠੇ ਹੋਏ ਹੱਸਦੇ ਖੇਡਦੇ ਆ ਰਹੇ ਨੇ ਤੇ ਡਰਾਈਵਰ ਵਿਚਾਰਾ ਧੂਏ ਵਿੱਚ ਬੌਂਦਲ ਜਾਂਦਾ ਹੈ, ਗੱਡੀ ਖੇਤਾਂ ਵਿੱਚ ਵੜ ਜਾਂਦੀ ਹੈ, ਪਲਟ ਜਾਂਦੀ ਹੈ, ਪਹਿਲਾਂ ਉਹ ਆਪ ਨਿਕਲਦਾ, ਬੱਚਿਆਂ ਨੂੰ ਕੱਢਦਾ, ਲੋਕ ਕੱਢਦੇ ਨੇ, ਬੱਚਿਆਂ ਦੀ ਕਿਸੇ ਦੀ ਲੱਤ ਸੜ ਜਾਂਦੀ ਹੈ, ਕਿਸੇ ਦੇ ਮੂੰਹ ਤੇ ਅਸਰ ਹੁੰਦਾ ਹੈ। ਬੜੀਆਂ ਹੀ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਨੇ। ਪਰ ਸਮਹਾਉ ਕੁਝ ਲੋਕ ਜਾਂ ਸਾਡੀਆਂ ਸੰਸਥਾਵਾਂ ਜਾਂ ਸਾਡੇ ਸਰਕਾਰਾਂ ਜਾਂ ਉਹ ਜ਼ਿੰਮੇਵਾਰ ਲੋਕ ਜੋ ਇਸ ਘਟਨਾ ਲਈ ਜ਼ਿੰਮੇਵਾਰ ਨੇ, ਉਹ ਇਸ ਦੀ ਸੀਰੀਅਸਨੈਸ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਉਹ ਸਮਝਦੇ ਨੇ ਕਿ ਬਚਾਅ ਹੋ ਗਿਆ, ਬੱਚੇ ਠੀਕ ਨੇ ਸਾਰੇ। ਇਹ ਠੀਕ ਨਹੀਂ ਹੈ ਭਾਈ, ਇਹ ਠੀਕ ਨਹੀਂ ਹੈ। ਇਹ ਸੰਕੇਤ ਹੈ, ਸਾਨੂੰ ਸ਼ੁਰੂਆਤੀ ਸੰਕੇਤ ਹੈ। ਇਹ ਤੂਫਾਨ ਦੇ ਆਉਣ ਤੋਂ ਪਹਿਲਾਂ ਦੀ ਸ਼ਾਂਤੀ ਹੈ, ਅਸੀਂ ਸੰਭਲਦੇ ਨਹੀਂ। ਨਾੜ ਨੂੰ ਅੱਗ ਲਾਉਣ ਦੀ ਗੱਲ ਹੈ। ਮੈਂ ਇੱਕ ਗੱਲ ਕਰਦਾ, ਬਹੁਤ ਸਾਰੇ ਕਿਸਾਨ ਇੱਥੇ ਮੇਰੇ ਨਾਲ ਨਾਰਾਜ਼ ਹੋਣਗੇ ਕਿ ਇਸ ਦਾ ਹੱਲ ਦੱਸੋ ਸਾਨੂੰ ਨਾੜ ਦਾ। ਸਰਕਾਰਾਂ ਨੇ ਅਜੇ ਤੱਕ ਬਹੁਤਾ ਕੁਝ ਨਹੀਂ ਕੀਤਾ, ਪਰ ਨਾਲ ਦੀ ਨਾਲ ਕੁਝ ਸਾਨੂੰ ਖੁਦ ਨੂੰ ਵੀ ਜ਼ਿੰਮੇਵਾਰੀਆਂ ਸਮਝਣੀਆਂ ਪੈਣਗੀਆਂ। ਜੇ ਕਿਸੇ ਹਾਈਵੇ ਦੇ ਉੱਪਰ 100 ਦੀ ਸਪੀਡ ਦੀ ਪਰਮਿਸ਼ਨ ਹੋਵੇ ਤੇ ਜੇ ਅਸੀਂ ਉਹ ਖਾਲੀ ਸੜਕ ਦੇਖ ਕੇ ਗੱਡੀ ਭਜਾਉਂਦੇ ਜਾਂਦੇ ਹਾਂ 100 ਦੇ ਉੱਪਰ ਤੇ ਅਚਾਨਕ ਮੋਰੇ ਕੋਈ ਜਾਨਵਰ ਆ ਜਾਂਦਾ ਹੈ ਤੇ ਫਿਰ ਕੀ ਕਰਾਂਗੇ? ਬ੍ਰੇਕ ਲਾਵਾਂਗੇ ਕਿ ਜੇ ਜਾਨਵਰ ਨੂੰ ਉਡਾ ਦੇਵਾਂਗੇ ਜਾਣਬੁੱਝ ਕੇ, ਜਾਂ 100 ਤੋਂ ਸਪੀਡ ਘੱਟ ਨਹੀਂ ਕਰਾਂਗੇ? ਉੱਥੇ ਸਾਨੂੰ ਆਪਣੀ ਜ਼ਿੰਮੇਵਾਰੀ ਤੋਂ ਜਿਹੜਾ ਉਹ ਦਿਮਾਗ ਤੋਂ ਕੰਮ ਲੈਣਾ ਤਾਂ ਪਏਗਾ ਨਾ। ਸਹੁੰ ਖਾ ਕੇ ਦੱਸਣ ਪੰਜਾਬ ਦੇ ਮੀਡੀਅਮ ਜਿਹੜੇ ਕਿਸਾਨ ਨੇ ਜਿਨ੍ਹਾਂ ਕੋਲ ਠੀਕ ਠਾਕ ਇੰਪਲੀਮੈਂਟ ਵੀ ਨੇ ਤੇ ਉਹ ਪਰਮਾਤਮਾ ਦੀ ਕਿਰਪਾ ਨਾਲ ਠੀਕ ਠਾਕ ਰੋਟੀ ਖਾਂਦੇ ਨੇ, ਨਾੜ ਨੂੰ ਅੱਗ ਲਾਉਣੀ ਇੰਨੀ ਜ਼ਰੂਰੀ ਹੈ? ਫਿਰ ਗੱਲ ਇਹ ਆ, ਨਾੜ ਨੂੰ ਅੱਗ ਲਾਉਣ ਬਾਰੇ ਸਰਕਾਰ ਆਪਣੇ ਆਪ ਨੂੰ ਬਰੀ ਨਹੀਂ ਕਰ ਸਕਦੀ। ਕਿਸਾਨ ਜਥੇਬੰਦੀਆਂ ਨੂੰ ਤੇ ਕੁਝ ਇੱਕ ਖਾਸ ਲੋਕਾਂ ਨੂੰ ਖੁਸ਼ ਕਰਨ ਹਿੱਤ ਤੇ ਵੋਟ ਦੀ ਰਾਜਨੀਤੀ ਨੂੰ ਪੱਠੇ ਪਾਉਣ ਖਾਤਰ ਇਸ ਨੂੰ ਸਖਤੀ ਨਾਲ ਲਾਗੂ ਨਹੀਂ ਕੀਤਾ ਗਿਆ। ਪਰਾਲੀ ਦਾ ਕਾਫੀ ਸਾਰਾ ਮਸਲਾ ਹੱਲ ਹੋਇਆ, ਕਮਾਦ ਦੀ ਖੋਰੀ ਦਾ ਵੀ ਮਸਲਾ ਕਾਫੀ ਸਾਰਾ ਹੱਲ ਹੋਇਆ, ਤੇ ਕਣਕ ਦੇ ਨਾੜ ਦੀ ਤਾਂ ਸਮੱਸਿਆ ਬੜੀ ਛੋਟੀ ਜਿਹੀ ਹੈ। ਉਹ ਤੂੜੀ ਸਾਨੂੰ ਲੱਭ ਨਹੀਂ ਰਹੀ। ਪਿਛਲੇ ਸਾਲ ਅੱਗ ਦੇ ਭਾਅ ਤੂੜੀ ਖਰੀਦੀ ਹੈ ਡੇਅਰੀ ਮਾਲਕਾਂ ਨੇ ਤੇ ਹੋਰਨਾਂ ਲੋਕਾਂ ਨੇ ਤੇ ਗਰੀਬਾਂ ਨੇ। ਪਸ਼ੂ ਭੁੱਖੇ ਮਰਦੇ ਰਹੇ ਨੇ ਸਿਆਲ ਦੇ ਵਿੱਚ, ਤੇ ਇੱਕ ਪਾਸੇ ਤੁਸੀਂ ਇਸ ਨੂੰ ਅੱਗ ਲਾ ਰਹੇ ਹੋ। ਇਹ ਅੱਗ ਲਗਾਉਣ ਵਾਲੇ ਵੀ ਜ਼ਿੰਮੇਵਾਰ ਨੇ ਤੇ ਅੱਗ ਲੱਗਣ ਦੇਣ ਦੇ ਕਾਰਨਾਂ ਦੇ ਪਿੱਛੇ ਵਾਲੇ ਲੋਕ ਵੀ ਜ਼ਿੰਮੇਵਾਰ ਨੇ। ਕਾਰਨ ਇਹ ਹੈ, ਕਿਸਾਨ ਜੇ ਕੋਈ ਇਹ ਕਵੇ ਕਿ ਸਾਡੇ ਇੱਕ ਬੰਦੇ ਦੇ ਨਾੜ ਨੂੰ ਅੱਗ ਨਾ ਲਾਉਣ ਨਾਲ ਕੀ ਫਰਕ ਪਏਗਾ, ਮੈਂ ਸਮਝਦਾ ਇੱਥੇ ਅਸੀਂ ਗਲਤ ਹੋ ਜਾਂਦੇ ਹਾਂ। ਜ਼ਰੂਰ ਫਰਕ ਪਏਗਾ। ਨਾੜ ਨੂੰ ਅੱਗ ਲਾਉਣੀ ਜਿਹੜੀ ਹੈ ਇਹ ਬਹੁਤ ਵੱਡੀ ਲਾਹਨਤ ਹੈ। ਇਸ ਤੋਂ ਖਹਿੜਾ ਛਡਾਈਏ ਹੋਰ ਵੀ ਇਸ ਤਰ੍ਹਾਂ ਦੀਆਂ ਕਿਤੇ ਵੀ। ਪਰ ਗੱਲ ਇਹ ਆ, ਪਰ ਜ਼ਿੰਮੇਵਾਰੀ ਤੋਂ ਮੁਨਕਰ ਕੌਣ ਕੌਣ ਹੋ ਸਕਦਾ? ਮੈਂ ਬਹੁਤ ਸਾਰੇ ਚੰਗੇ ਚੰਗੇ ਵੱਡੇ ਵੱਡੇ ਸ਼ੋਰੂਮ ਦੁਕਾਨਦਾਰ ਦੇਖਦਾ ਜੋ ਸਵੇਰ ਨੂੰ ਸ਼ਟਰ ਖੋਲ੍ਹ ਕੇ ਪਹਿਲਾ ਕੰਮ ਇਹ ਕਰਦੇ ਨੇ ਕਿ ਕੂੜਾ ਇਕੱਠਾ ਕਰਕੇ ਬਾਹਰ ਸੁੱਟਦੇ ਨੇ ਤੇ ਫਿਰ ਛੋਟੀ ਜਿਹੀ ਢੇਰੀ ਨੂੰ ਅੱਗ ਲਾ ਦਿੰਦੇ ਨੇ, ਤੇ ਸਾਰਾ ਦਿਨ ਉਹੀ ਸੁਆਹ ਤੇ ਮਿੱਟੀ ਜਿਹੜੀ ਹੈ ਗਾਹਕਾਂ ਦੇ ਪੈਰਾਂ ਦੇ ਨਾਲ ਦੁਕਾਨ ਦੇ ਅੰਦਰ ਫੇਰ ਵੜ ਜਾਂਦੀ ਹੈ। ਇਹ ਰੋਜ਼ ਦੀ ਸਾਡੀ ਰੂਟੀਨ ਹੈ। ਤੇ ਸਾਡੇ ਦੇਸ਼ ਦੇ ਉੱਪਰ ਸਫਾਈ ਦੇ ਨਾਂ ਦੇ ਉੱਪਰ, ਸਵੱਛ ਭਾਰਤ ਦੇ ਨਾਂ ਦੇ ਉੱਪਰ ਪੱਤਿਆਂ ਨੂੰ ਹੁੰਝਾ ਫੇਰ ਕੇ ਇੱਧਰ ਉੱਧਰ ਕਰਕੇ ਜਿਹੜਾ ਸਵੱਛ ਭਾਰਤ ਹੋਣ ਦਾ ਸੁਨੇਹਾ ਦਿੱਤਾ ਜਾਂਦਾ ਹੈ। ਗਾਰਬੇਜ ਡਿਸਪੋਜ਼ਲ ਦਾ ਕੰਮ ਬਹੁਤ ਮਾੜਾ ਹੈ। ਵੱਡੇ ਸ਼ਹਿਰਾਂ ਦੇ ਵਿੱਚ ਬੁਰੀ ਹਾਲਤ ਹੈ। ਕੂੜੇ ਦੇ ਪਹਾੜਾਂ ਨੂੰ ਅੱਗ ਲੱਗੀ ਹੋਈ ਸਾਰੇ ਸ਼ਹਿਰਾਂ ਵਿੱਚ ਤੁਸੀਂ ਆਮ ਦੇਖ ਸਕਦੇ ਹੋ। ਅੱਗ ਨੂੰ ਹੱਲ ਸਮਝ ਲਿਆ ਕਿ ਇਸ ਨਾਲ ਪਲਾਸਟਿਕ ਵੀ ਲੂਹ ਦਿਓ, ਕਾਗਜ਼ ਵੀ ਲੂਹ ਦਿਓ ਤੇ ਫਸਲ ਦੀ ਰਹਿੰਦ ਖੂੰਹਦ ਵੀ ਲੂਹ ਦਿਓ, ਆਪੇ ਕੰਮ ਮੁੱਕ ਜਾਂਦਾ। ਜਿਹੜੀ ਚੀਜ਼ ਜ਼ਮੀਨ ਦੇ ਵਿੱਚੋਂ ਉਪਜੀ ਹੈ, ਪੈਦਾ ਹੋਈ ਹੈ, ਉਸ ਨੂੰ ਵਿਸ਼ੇਸ਼ ਤੌਰ ਤੇ ਸਾੜਨ ਦੀ ਲੋੜ ਨਹੀਂ, ਖੁਦ ਬਖੁਦ ਧਰਤੀ ਦੇ ਵਿੱਚ ਬਿੰਸ ਜਾਵੇਗੀ। ਇਸ ਨੂੰ ਸਮਝਣਾ ਚਾਹੀਦਾ। ਕਿਸਾਨ ਭਰਾਓ, ਤੁਸੀਂ ਸਿਆਣੇ ਬਣੋ। ਸਰਕਾਰ ਤੋਂ ਜੋ ਚਾਹੀਦਾ ਉਹ ਲਓ, ਉਸ ਲਈ ਲਾਮਬੰਦ ਹੋਵੋ। ਇਸ ਲਾਹਨਤ ਨੂੰ ਬੰਦ ਕਰੋ। ਅੱਜ ਬੱਚਿਆਂ ਦਾ ਬਚਾਅ ਹੋਇਆ, ਇਹ ਕਿਸ ਤਰ੍ਹਾਂ ਹੋਇਆ ਇਹ ਤੁਸੀਂ ਜਾਣਦੇ ਹੋ, ਵਾਹਿਗੁਰੂ ਜਾਣਦਾ ਹੈ, ਪਰ ਅਸੀਂ ਕਸਰ ਕੋਈ ਨਹੀਂ ਛੱਡੀ। ਮੈਂ ਫਿਰ ਕਹਿੰਦਾ ਕਿ ਅਸੀਂ ਇਸ ਇੱਕ ਵੱਡੀ ਘਟਨਾ ਦਾ ਇੰਤਜ਼ਾਰ ਕਰ ਰਹੇ ਹਾਂ ਜੋ ਕਦੇ ਵੀ ਸਾਡੇ ਨਾਲ ਵਾਪਰ ਸਕਦੀ ਹੈ। ਇਹ ਇਸ ਸਾਲ ਦੀ ਕਹਾਣੀ ਨਹੀਂ, ਹਰ ਸਾਲ ਦੀ ਕਹਾਣੀ ਹੈ। ਅਸੀਂ ਇਹ ਸਮਝਦੇ ਹਾਂ ਚਲੋ ਰਾਤ ਨੂੰ ਲਾ ਦਿਓ, ਸਵੇਰ ਨੂੰ ਲਾ ਦਿਓ, ਕਿਹੜਾ ਦੇਖਦਾ ਹੈ। ਫਿਰ ਇੱਕ ਅਸੀਂ ਪਿੰਡ ਦੇ ਸਰਪੰਚ, ਪੰਚ, ਨੰਬਰਦਾਰ ਇਕੱਠੇ ਕਰਕੇ ਤੇ ਕਿਸਾਨ ਯੂਨੀਅਨ ਵਾਲੇ ਜਾਂ ਕਿਸਾਨ ਜਥੇਬੰਦੀਆਂ ਜੋ ਅੱਜ ਕੱਲ੍ਹ ਕਾਫੀ ਐਕਟਿਵ ਨੇ ਫਿਰ ਪੰਜਾਬ ਦੇ ਵਿੱਚ, ਭਾਈ ਜਿਹੜੇ ਮੁੱਦੇ ਨੇ ਉਹਨਾਂ ਦੀ ਗੱਲ ਕਰ ਲਓ। ਇਹ ਇਸ ਪਾਸੇ ਵੱਲ ਨੂੰ ਨਾ ਜਾਈਏ। ਇਹ ਸਰਕਾਰਾਂ ਨੇ ਆਪਣਾ ਕੰਮ ਕਰੀ ਜਾਣਾ। ਧਰਤੀ ਤੇ ਸਾਡੀ ਆਪਣੀ ਆ, ਬੱਚੇ ਤਾਂ ਸਾਡੇ ਆਪਣੇ ਨੇ। ਕਿਉਂ ਅਸੀਂ ਇਹਨਾਂ ਦਾ ਸਾਹ ਘੁੱਟਣ ਵੱਲ ਤੁਰੇ ਹੋਏ ਹਾਂ? ਕਿਉਂ ਅਸੀਂ ਦਰਖਤ ਜਿਹੜੇ ਨੇ ਲੂਹ ਦਿੱਤੇ ਨੇ? ਹੁਣ ਕਦੋਂ ਬਰਸਾਤ ਆਵੇਗੀ ਉਹਨਾਂ ਵਿੱਚੋਂ ਅੱਧੇ ਕੁ ਹਰੇ ਹੋਣਗੇ, ਅੱਧੇ ਕੁ ਫਿਰ ਵੀ ਨਹੀਂ ਹੋਣੇ। ਇਹ ਬਹੁਤ ਵੱਡਾ
ਨੁਕਸਾਨ ਹੈ ਜਿਹੜਾ ਅਸੀਂ ਆਪਣਾ ਕਰਦੇ ਜਾ ਰਹੇ ਹਾਂ, ਇਸ ਤੋਂ ਬਚੀਏ। ਬਿਲਕੁਲ ਜੀ, ਆਪਣੀ ਜ਼ਿੰਮੇਵਾਰੀ ਸਾਨੂੰ ਆਪ ਹੀ ਸਮਝਣੀ ਪੈਣੀ ਹੈ ਤੇ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਪੈਣੀ ਹੈ। ਕੁਲਦੀਪ ਜੀ, ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਇੱਥੇ ਖਤਮ ਹੁੰਦਾ ਹੈ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ ਤੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਹੈ ਜੀ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।